ਹੈਲੋ ਸਟੂਡੈਂਟਸ, ਵੈਲਕਮ ਟੂ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ। ਜਿੱਦਾਂ ਕਿ ਸਾਨੂੰ ਪਤਾ ਵਾ ਕਿ ਪੰਜਾਬ ਪੁਲਿਸ ਕਾਂਸਟੇਬਲ ਦੀਆਂ 2026 ਦੇ ਵਿੱਚ 3400 ਵੈਕੈਂਸੀਜ਼ ਆਉਣੀਆਂ। ਸੋ ਵੈਕੈਂਸੀਜ਼ ਦੇ ਮਾਮਲੇ ਦੇ ਵਿੱਚ ਅੱਜ ਤੱਕ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਸਭ ਤੋਂ ਜ਼ਿਆਦਾ ਵੈਕੈਂਸੀਜ਼ ਅਗਰ ਆ ਰਹੀਆਂ ਵਾ ਤਾਂ ਉਹ ਕਾਂਸਟੇਬਲ ਦੀਆਂ ਵਾ 2026 ਦੇ ਵਿੱਚ। ਸੋ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਅਸੀਂ ਇੱਕ ਕਾਂਸਟੇਬਲ ਐਗਜ਼ਾਮ ਦੀ ਸੀਰੀਜ਼ ਸਟਾਰਟ ਕੀਤੀ ਹੈ, ਜਿਹਦੇ ਵਿੱਚ 2025 ਦੇ ਵਿੱਚ ਜਿੰਨੇ ਵੀ ਕੁਐਸਚਨ ਮੈਥਸ ਦੇ ਵਿੱਚ ਪੁੱਛੇ ਗਏ ਹੈ ਉਹਦੀ ਸੀਰੀਜ਼ ਸਟਾਰਟ ਕੀਤੀ ਹੈ ਤੇ ਅਸੀਂ ਸ਼ਿਫਟ ਵਾਈਜ਼ ਕਰਵਾ ਰਹੇ ਹਾਂ। ਜਿੱਦਾਂ ਕਿ ਪਹਿਲਾਂ 2 ਸ਼ਿਫਟਾਂ ਕਰਵਾ ਚੁੱਕੇ ਹਾਂ, ਅੱਜ 3rd ਸੈੱਟ ਕਰਵਾ ਰਹੇ ਹਾਂ ਜੋ ਕਿ 2 ਜੂਨ 2025 9 AM ਤੋਂ 12 ਵਜੇ 9 ਤੋਂ 12 ਵਜੇ ਜਿਹੜਾ ਪੇਪਰ ਹੋਇਆ ਸੀ 3 ਘੰਟੇ ਦਾ 2 ਜੂਨ ਨੂੰ ਉਹ ਸ਼ਿਫਟ ਕਰਾਂਗੇ ਅਸੀਂ। ਠੀਕ ਹੈ, ਆਫਲਾਈਨ ਮੋਡ ਦੇ ਵਿੱਚ ਅਗਰ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ, ਜੋ ਕਿ ਆਪੋਜ਼ਿਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ UT ਮਾਰਕੀਟ ਦੇ ਵਿੱਚ। ਅਗਰ ਤੁਸੀਂ ਇਹਨਾਂ ਦੀਆਂ PDFs ਜਾਂ ਤੁਸੀਂ ਪ੍ਰੀਵੀਅਸ ਈਅਰ ਦੀਆਂ PDFs ਚਾਹੁੰਦੇ ਹੋ ਜਾਂ ਕਰੰਟ ਅਫੇਅਰਸ ਦੀਆਂ PDFs ਚਾਹੁੰਦੇ ਹੋ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਟੈਲੀਗ੍ਰਾਮ ਚੈਨਲ, ਜਿਹਦਾ ਕਿ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੈਜ਼ੈਂਟ ਹੈ। ਠੀਕ ਹੈ ਜੀ, ਚਲੋ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਪਹਿਲੀਆਂ 2 ਵੀਡੀਓਜ਼ ਵੀ ਦੇਖ ਲਓ। ਇੱਦਾਂ ਹੀ ਸਾਰੀ ਜਿੰਨੇ ਵੀ ਸੈਟਸ ਹੈ ਸਾਰੇ ਦੇ ਸਾਰੇ ਜੋ ਹੈ ਅਸੀਂ ਕਰਵਾਵਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਐਗਜ਼ਾਮ 'ਚ ਕਿੱਦਾਂ ਦੇ ਕੁਐਸਚਨ ਪੁੱਛੇ ਜਾਂਦੇ ਆ। ਮੈਥਸ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਾਰਮਲ ਸਟੂਡੈਂਟ ਜਿਹੜਾ ਤਿਆਰੀ ਕਰਕੇ ਗਿਆ ਹੈ ਉਹ 18 ਚੋਂ 20 ਕੁਐਸਚਨ ਆਰਾਮ ਨਾਲ ਕਰ ਸਕਦਾ। ਈਜ਼ੀ ਕੁਐਸਚਨਸ ਹੈ। 1-2 ਕੁਐਸਚਨਸ ਦੇ ਵਿੱਚ ਕੈਲਕੂਲੇਸ਼ਨ ਜ਼ਿਆਦਾ ਹੈ, ਉਹ ਅੱਜ ਆਪਾਂ ਸਿੱਖਾਂਗੇ ਕਿ ਕਿੱਦਾਂ ਕਰਨੀ ਹੈ। ਠੀਕ ਹੈ ਜੀ, ਚਲੋ ਪਹਿਲਾ ਕੁਐਸਚਨ ਕਰਦੇ ਹਾਂ। ਫਸਟ ਕੁਐਸਚਨ ਜੋ ਸਾਡੇ ਕੋਲ ਹੈ ਉਹ ਹੈ ਸਿੰਪਲੀਫਿਕੇਸ਼ਨ ਦਾ। ਠੀਕ ਹੈ, ਸੋ ਬ੍ਰੈਕਟ ਸਭ ਤੋਂ ਪਹਿਲਾਂ ਸੋਲਵ ਕਰਨੀ ਹੁੰਦੀ ਬੋਰਡ ਮਾਸ ਦੇ ਵਿੱਚ। ਬੋਰਡ ਮਾਸ ਦੇ ਵਿੱਚ B ਦਾ ਮਤਲਬ ਹੀ ਬ੍ਰੈਕਟ ਹੈ, ਤਾਂ ਪਹਿਲਾਂ ਬ੍ਰੈਕਟ ਸੋਲਵ ਕੀਤੀ ਤਾਂ ਕਿੰਨਾ ਆ ਗਿਆ ਮੇਰੇ ਕੋਲ 11। ਹੁਣ 9 ਦੇ ਵਿੱਚੋਂ 11 ਗਏ ਤਾਂ ਕਿੰਨਾ ਆ ਜਾਊਗਾ ਇਹਦਾ -2। 4 ਇੱਥੇ ਹੈਗਾ 4 ਮਾਈਨਸ ਤੇ -2, 4 ਮਾਈਨਸ ਹੋ ਗਿਆ ਮਾਈਨਸ ਪਲੱਸ ਹੋ ਗਿਆ 4 + 2 ਕਿੰਨਾ ਹੋ ਗਿਆ 6। ਇੱਥੇ ਵੈਲਿਊ ਮੇਰੇ ਕੋਲ ਕਿੰਨੀ ਆ ਗਈ 6। ਹੁਣ 23 ਚੋਂ 6 ਗਏ ਤਾਂ ਕਿੰਨੇ ਹੋਣਗੇ 17। ਠੀਕ ਹੈ ਜੀ, 4 + 7 11, 9 ਚੋਂ 11 ਗਏ -2 ਬ੍ਰੈਕਟ ਦੇ ਵਿੱਚ ਹੈ, -1 ਬਾਹਰ ਵੀ ਹੈ, ਮਾਈਨਸ ਪਲੱਸ ਕਿੰਨਾ ਹੋ ਜਾਊਗਾ 6। ਸੋ ਇੱਥੇ ਆ ਜਾਊਗਾ 6। ਸੋ 23 - 6 ਕਿੰਨਾ ਹੁੰਦਾ ਵਾ 17। 17 ਜੋ ਹੈ ਸਾਡਾ ਆਨਸਰ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਇਵੈਲੂਏਟ ਕਰਨਾ ਆ ਚੀਜ਼ 2025 ਦੇ ਕਾਂਸਟੇਬਲ ਦੀ ਜਿਹਨਾਂ ਨੇ ਸਾਡੇ ਕੋਲ ਤਿਆਰੀ ਕੀਤੀ ਸੀਗੀ। ਇਹ ਤਾਂ ਹੈ ਬੜਾ ਬੇਸਿਕ ਕੁਐਸਚਨ ਹੈ। ਇਹਦੇ ਵਿੱਚ ਇਹਨਾਂ ਦੇ ਜਿਹੜੀ ਫ੍ਰੈਕਸ਼ਨ ਲਿਖਣ ਨੂੰ ਆਉਂਦੀ ਹੈ ਉਹ ਸਾਰੇ ਕੁਐਸਚਨ ਇਸ ਟਾਈਪ ਦੇ ਜਿਹੜੇ ਬਾਰ ਵਾਲੇ ਸੀਗੇ ਅਸੀਂ ਕਲਾਸ ਦੇ ਵਿੱਚ ਡਿਸਕਸ ਕੀਤੇ ਸੀ। ਸੋ ਉਹਦੇ ਹਿਸਾਬ ਨਾਲ ਕੁਐਸਚਨ ਬਹੁਤ ਈਜ਼ੀ ਹੈ। ਅਸੀਂ ਦੇਖਦੇ ਹਾਂ ਕਿ ਜਿੰਨੇ ਨੰਬਰਾਂ ਦੇ ਉੱਤੇ ਬਾਰ ਹੁੰਦੀ ਹੈ ਉਨੇ 9 ਲਿਖਣੇ ਹੁੰਦੇ। ਇਹਦਾ ਮਤਲਬ ਇਹਨੂੰ ਫ੍ਰੈਕਸ਼ਨ ਫਾਰਮ 'ਚ ਲਿਖਣ ਦਾ ਤਰੀਕਾ 613 × 613 / 999 ਔਰ ਇਹਨੂੰ ਆਪਾਂ ਕਿੱਦਾਂ ਲਿਖਾਂਗੇ 63/99। ਹੁਣ ਅਸੀਂ ਕੀ ਦੇਖਣਾ ਵਾ ਕਿ ਜਦ ਤੱਕ ਕਟਿੰਗ ਹੋ ਰਹੀ ਹੈ ਆਪਾਂ ਕਟਿੰਗ ਕਰਾਂਗੇ। ਜਿੱਦਾਂ ਕਿ ਇਹ ਮੈਨੂੰ ਨਜ਼ਰ ਆ ਰਿਹਾ 3 ਦੇ ਟੇਬਲ 'ਚ ਹੈ, ਵੀ 3 ਦੇ ਟੇਬਲ 'ਚ ਹੈ, ਇਹ 3 ਦੇ ਟੇਬਲ 'ਚ ਆ ਜਾਊਗਾ 21, ਇਹ 3 ਦੇ ਟੇਬਲ 'ਚ ਆ ਜਾਊਗਾ ਸਾਡੇ ਕੋਲ 33। ਅਗੇਨ 9 ਦੇ ਟੇਬਲ 'ਚ ਵੀ ਆ ਰਿਹਾ ਸੀ, ਇੱਥੇ 7 ਆ ਗਿਆ ਸਾਡੇ ਕੋਲ, ਇੱਥੇ ਕਿੰਨਾ ਆ ਗਿਆ 11। ਹੁਣ ਤੁਸੀਂ ਦੇਖੋ ਇਹ 9 9 9 ਹੈ ਤੇ ਉੱਪਰ 6 ਤੇ 9 1 10 ਹੈ। ਠੀਕ ਹੈ, ਨੰਬਰ ਸਿਸਟਮ ਦੇ ਹਿਸਾਬ ਨਾਲ ਇਹ 3 ਦੇ ਨਾਲ ਕਟਿੰਗ ਇਹਦੀ ਨਹੀਂ ਹੋ ਰਹੀ। तो 3 ਦੇ ਨਾਲ ਅਗਰ ਇਹਦੀ ਕਟਿੰਗ ਨਹੀਂ ਹੋ ਰਹੀ ਤਾਂ ਹੁਣ ਮੈਂ ਚੈੱਕ ਕਰੂੰਗਾ ਕਿ ਮੇਰਾ ਨੰਬਰ ਜੋ ਹੈ ਕਿਹੜਾ ਆਨਸਰ ਹੋ ਸਕਦਾ ਹੈ। ਦੇਖੋ ਇੱਥੇ 11 ਦੇ ਟੇਬਲ ਦੇ ਵਿੱਚ ਵੀ ਕਟਿੰਗ ਨਹੀਂ ਹੋ ਰਹੀ, 7 ਦੇ ਟੇਬਲ ਦੇ ਵਿੱਚ ਵੀ ਕਟਿੰਗ ਨਹੀਂ ਹੋ ਰਹੀ। ਹੁਣ ਧਿਆਨ ਨਾਲ ਦੇਖੋ, ਜਾਂ ਤਾਂ ਤੁਸੀਂ ਇਹਨੂੰ ਕੈਲਕੂਲੇਟ ਕਰ ਲਓ ਜਾਂ ਅਸੀਂ ਕੀ ਨੰਬਰ ਨਿਕਾਲਾਂਗੇ ਕਿ 9 ਨਾ ਇਹ 9 ਜਿਹੜਾ ਯੂਨਿਟ ਡਿਜਿਟ ਹੈ ਇਹਨੂੰ 1 ਨਾਲ ਮਲਟੀਪਲਾਈ ਕਰਾਂਗੇ ਤਾਂ ਯੂਨਿਟ ਡਿਜਿਟ 'ਚ ਨੰਬਰ ਕੀ ਆਊਗਾ 9। ਠੀਕ ਹੈ, ਤੁਸੀਂ ਮਲਟੀਪਲਾਈ ਕਰਕੇ ਵੀ ਕਰੋਗੇ ਤਾਂ ਆਨਸਰ ਆ ਜਾਊਗਾ, ਪਰ ਯੂਨਿਟ ਡਿਜਿਟ ਨਾਲ ਦੇਖਾਂਗੇ ਤਾਂ ਧਿਆਨ ਨਾਲ ਦੇਖੋ 7 3 21 ਆਉਂਦਾ ਵਾ तो ऊपर 1 आना चाहिए। ਇਹਦਾ ਮਤਲਬ ਆ ਆਪਸ਼ਨ ਨਹੀਂ ਹੈ। नीचे 9 आना चाहिए, 9 हो जाए 9, तो यह 2 ऑप्शन जो ट्राई करना है। ਹੁਣ ਮਲਟੀਪਲਾਈ ਅਗਰ ਕਰਨਾ ਹੈ ਧਿਆਨ ਨਾਲ ਦੇਖੋ 7 3 21 2 ਕੈਰੀ ਹੋ ਗਿਆ, 7 1 7 2 ਕੈਰੀ ਹੋਇਆ ਸੀਗਾ ਤੇ 9 7 6 42 ਉੱਪਰ ਕਿੰਨਾ ਆ ਗਿਆ 4291। ਤੁਸੀਂ ਧਿਆਨ ਨਾਲ ਦੇਖੋ 4291 ਸਿਰਫ ਇੱਕੋ ਹੀ ਆਪਸ਼ਨ 'ਚ ਹੈ, ਇੱਥੇ ਈਵਨ ਇੱਥੇ ਵੀ ਨਹੀਂ ਸੀਗਾ ਮੇਰਾ ਇਹ ਆਪਸ਼ਨ ਆਨਸਰ ਹੋਊਗਾ। ਨੀਚੇ ਹਾਲਾਂਕਿ ਤੁਸੀਂ ਅਗਰ 999 ਨੂੰ ਤਾਂ ਮੈਂ ਸਿਖਾ ਦਿੰਦਾ 999 ਨੂੰ 11 ਨਾਲ ਮਲਟੀਪਲਾਈ ਕਰਨਾ ਹੋਵੇ ਤਾਂ ਕਿੱਦਾਂ ਕਰਦੇ ਆ। ਇੱਕ ਤਾਂ ਹੁੰਦਾ ਪਹਿਲਾਂ 10 ਨਾਲ ਮਲਟੀਪਲਾਈ ਕਰ ਲਓ, ਫਿਰ 1 ਨਾਲ ਮਲਟੀਪਲਾਈ ਕਰ ਲਓ। ਅਗਰ 11 ਦਾ ਹੀ ਦੇਖਣਾ ਵੈਦਿਕ ਮੈਥਸ ਦੇ ਨਾਲ ਤਾਂ ਪਹਿਲਾਂ ਤੁਸੀਂ 9 ਲਿਖ ਲਓ, ਫਿਰ 9 ਤੇ 9 ਪਲੱਸ ਕਰ ਲਓ 18, 18 ਦਾ 8 ਇੱਥੇ ਲਿਖ ਲਓ, 1 ਲਿਖ ਲਓ ਕੈਰੀ, ਫਿਰ ਆਹ 2 ਨੰਬਰਾਂ ਦੀ ਪਲੱਸ ਕਰਨੀ ਹੈ 9 9 18 1 ਕੈਰੀ 19, ਇੱਥੇ ਲਿਖ ਲਓ 9 1 ਕੈਰੀ ਹੋ ਗਿਆ, ਫਿਰ ਕੱਲਾ 9 ਨੰਬਰ ਲਿਖਣਾ ਪਲੱਸ 1 ਕੈਰੀ ਕੀਤਾ 10। ਸਾਡਾ ਆਨਸਰ ਹੋਊਗਾ 10 999, ਜੋ ਕਿ ਇਹ ਦੋਨਾਂ 'ਚ ਸੇਮ ਸੀ ਪਰ ਸਾਡੇ ਕੋਲ 4291 ਨੰਬਰ ਆਇਆ ਉੱਪਰ, ਤਾਂ ਸਾਡਾ B ਆਪਸ਼ਨ ਜੋ ਹੈ ਉਹ ਸਹੀ ਹੋਊਗਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਹੁਣ ਇਹ ਇਵੈਲੂਏਟ ਕਰਨਾ ਵਾ। ਦੇਖੋ ਇੰਡੈਕਸ ਰੂਲ ਵੀ ਕਲਾਸ 'ਚ ਆਪਾਂ ਸਾਰੇ ਇੰਡੈਕਸ ਰੂਲ, ਕਿਉਂਕਿ ਲਾਸਟ ਈਅਰ 2024 ਦੇ ਵਿੱਚ ਵੀ ਸੇਮ ਹੀ ਤਰ੍ਹਾਂ ਦੇ ਕੁਐਸਚਨ ਸੀਗੇ, 25 'ਚ ਵੀ ਮਿਲਦੇ ਜੁਲਦੇ ਕੁਐਸਚਨ ਹੀ ਆਏ। ਸੋ ਪ੍ਰੀਵੀਅਸ ਈਅਰ ਕੁਐਸਚਨ ਵੀ ਅਗਰ ਤੁਸੀਂ ਕਰ ਜਾਂਦੇ ਤਾਂ ਅੱਧੇ ਤੋਂ ਜ਼ਿਆਦਾ ਕੁਐਸਚਨ ਠੀਕ ਸੀਗੇ।
ਉਹਨੇ ਇੰਡੈਕਸ ਲਓ, ਅਗਰ ਇੱਥੇ ਮਾਈਨਸ ਲਿਖਿਆ ਹੋਵੇ ਇਹਨੂੰ ਪੋਜ਼ਿਟਿਵ ਚ ਕਨਵਰਟ ਕਰਵਾਉਣਾ ਹੋਵੇ ਤੇ ਫ੍ਰੈਕਸ਼ਨ ਜੋ ਲਿਖੀ ਹੁੰਦੀ ਇਹਨੂੰ ਇਨਵਰਸ ਕਰ ਦਿੰਦੇ ਆ ਉਲਟਾ। ਸੋ 1/9 ਨੂੰ ਕੀ ਲਿਖ ਦਾਂਗੇ 9/1। 9/1 ਦਾ ਮਤਲਬ ਕੀ ਹੁੰਦਾ 9, ਇਹਨੂੰ ਮਾਈਨਸ ਤੋਂ ਕੀ ਕਰ ਲਿਆ ਪਲੱਸ, ਅੱਗੇ ਲਿਖਿਆ ਪਲੱਸ। ਹੁਣ ਇਹਨੂੰ ਜਦੋਂ ਮੈਂ ਇਨਵਰਸ ਕੀਤਾ 1/6 ਦਾ ਆ ਗਿਆ 6, ਇਹਦਾ ਸਕੁਅਰ ਪਲੱਸ ਇਦਾਂ ਹੀ 8 ਦਾ ਸਕੁਅਰ। ਇਹਦਾ ਆਨਸਰ ਦੱਸਣਾ ਵਾ ਕਿੰਨਾ ਵਾ। 9 ਦਾ ਸਕੁਅਰ ਕਿੰਨਾ ਹੁੰਦਾ 81, 6 ਦਾ ਸਕੁਅਰ ਕਿੰਨਾ ਹੁੰਦਾ 36, 8 ਦਾ ਸਕੁਅਰ ਕਿੰਨਾ ਹੋ ਗਿਆ 64। ਉਹਦਾ ਪਲੱਸ ਕਰਕੇ ਆਨਸਰ ਲਿਖਣਾ। ਦੇਖੋ ਹਰ ਵਾਰ ਪਲੱਸ ਕਰਨ ਦੀ ਲੋੜ ਨਹੀਂ। ਇਹ ਕਿੰਨਾ 6 ਤੇ 4 10 ਤੇ 1 11 ਯੂਨਿਟ ਡਿਜਿਟ ਚ ਇੱਕ ਆਣਾ ਚਾਹੀਦਾ। ਇੱਕ ਜਿਹੜਾ ਵਾ ਸਾਡੇ ਕੋਲ ਦਿੱਤਾ ਹੋਇਆ ਉਹਦੇ ਵਿੱਚ, ਠੀਕ ਹੈ। ਬਾਕੀ 8 3 11 ਸੌਰੀ 6 4 10 ਤੇ 11 ਇੱਕ ਆ ਗਿਆ, ਇੱਕ ਕੈਰੀ ਹੋ ਗਿਆ। 6 ਤੇ 9 9 ਤੇ 17 ਇੱਥੇ ਆ ਗਿਆ 18 181, ਠੀਕ ਹੈ। ਪਲੱਸ ਕਰਾਂਗੇ ਤੇ ਆ ਜਾਊਗਾ। ਯੂਨਿਟ ਡਿਜਿਟ ਚੈੱਕ ਕਰਾਂਗੇ ਤਾਂ ਵੀ ਆ ਜਾਊਗਾ। ਯੂਨਿਟ ਡਿਜਿਟ ਇਹਨਾਂ ਦੋਨਾਂ ਦੇ ਸੇਮ ਤਾਂ ਹੈ ਪਰ ਆਨਸਰ ਦੇ ਵਿੱਚ ਯੂਨਿਟ ਡਿਜਿਟ 8 ਨਹੀਂ ਹੈ 1 ਹੈ। ਹੁਣ ਧਿਆਨ ਨਾਲ ਸੁਣੋ, ਕਹਿੰਦਾ ਬੈਂਕ ਵੈਂਡਰ ਆਫਰਸ ਅ ਟ੍ਰੇਡ ਡਿਸਕਾਊਂਟ ਆਫ 20% ਔਨ ਦਾ ਮਾਰਕਡ ਪ੍ਰਾਈਸ। ਸੋ ਪ੍ਰੋਫਿਟ ਐਂਡ ਲਾਸ ਦਾ ਕੁਐਸਚਨ ਹੈ ਕਿ ਮਾਰਕਡ ਪ੍ਰਾਈਸ ਦੇ ਉੱਤੇ 20% ਦਾ ਡਿਸਕਾਊਂਟ ਹੈ, ਠੀਕ ਹੈ। ਇਨ ਐਡੀਸ਼ਨ ਐਜ਼ ਅ ਪਾਰਟ ਆਫ ਦਾ ਸਪੈਸ਼ਲ ਸਕੀਮ, ਇੱਕ ਸਪੈਸ਼ਲ ਸਕੀਮ ਚਲਾ ਰਹੇ ਹੋ, ਕਹਿੰਦੇ ਐਡੀਸ਼ਨਲ ਡਿਸਕਾਊਂਟ ਦਿੱਤਾ ਜਾਊਗਾ। ਸੋ ਅਸੀਂ ਇੱਕ PSSB ਦੀ ਸੀਰੀਜ਼ ਵੀ ਸਟਾਰਟ ਕੀਤੀ ਹੋਈ ਜਿਹਦੇ ਵਿੱਚ ਮੈਂ ਸਾਰੇ PSSB ਦੇ ਮੈਥਸ ਦੇ ਕੁਐਸਚਨ ਕਰਾ ਰਿਹਾ ਵਾਂ, ਪਲੱਸ ਉਹਦੇ ਵਿੱਚ ਕਨਸੈਪਟ ਵੀ ਸਮਝਾਏ ਜਾ ਰਹੇ ਆ। ਤੋ ਉਹਦੇ ਵਿੱਚ ਜਿਹੜਾ ਪਹਿਲਾ ਪਰਸੈਂਟੇਜ ਦੀ ਵੀਡੀਓ ਵਿੱਚ ਮੈਂ ਸਕਸੈਸਿਵ ਪਰਸੈਂਟੇਜ ਚੇਂਜ ਦਾ ਕਨਸੈਪਟ ਕਰਾ ਰਿਹਾ ਜਿਹਦੇ ਵਿੱਚ ਡਿਸਕਾਊਂਟ ਵੀ ਆਉਂਦਾ ਹੈ। ਐਡੀਸ਼ਨਲ ਡਿਸਕਾਊਂਟ ਦਾ ਮਤਲਬ 20 + 10 30 ਨਹੀਂ ਹੁੰਦਾ, ਠੀਕ ਹੈ। ਐਡੀਸ਼ਨਲ ਡਿਸਕਾਊਂਟ ਦਾ ਮਤਲਬ 20 + 10 30 ਨਹੀਂ ਹੁੰਦਾ। ਇਹਦਾ ਮਤਲਬ ਕੀ ਹੁੰਦਾ ਧਿਆਨ ਨਾਲ ਸੁਣਿਓ ਕਿ ਅਗਰ 100 ਰੁਪਏ ਦੀ ਕੋਈ ਚੀਜ਼ ਹੈ, ਪਹਿਲਾਂ 20% ਦਾ ਅਗਰ ਡਿਸਕਾਊਂਟ ਹੋਇਆ ਤਾਂ 20 ਰੁਪਏ ਲੈਸ ਹੋਣਗੇ, ਬਚੇ ਕਿੰਨੇ 80। ਹੁਣ ਇਹਦੇ ਤੇ ਐਡੀਸ਼ਨਲ ਦਾ ਮਤਲਬ ਹੁੰਦਾ ਇਹਦੇ ਤੇ 10% ਡਿਸਕਾਊਂਟ। ਇਹਦੇ ਤੇ 10% ਡਿਸਕਾਊਂਟ ਦਾ ਮਤਲਬ ਕਿੰਨਾ ਹੋ ਗਿਆ, ਇਹਦਾ 10% ਹੁੰਦਾ ਵਾ 8, ਤਾਂ ਮੈਨੂੰ 100 ਵਾਲੀ ਚੀਜ਼ 70 ਦੀ ਨਹੀਂ 72 ਰੁਪਏ ਦੀ ਪਾਉਂਗੀ, ਠੀਕ ਹੈ ਜੀ। ਇਹ ਕਨਸੈਪਟ ਮੈਂ ਪੂਰਾ ਉੱਤੇ ਸਮਝਾਇਆ ਹੋਇਆ, ਅੱਧਾ ਘੰਟਾ ਲਗਾ ਕੇ ਚੈੱਕ ਕਰ ਲਈਓ। ਪਰਸੈਂਟੇਜ PSSB ਸੀਰੀਜ਼ ਦੀ ਬਣਾਈ ਹੋਈ ਹੈ। ਹੁਣ ਧਿਆਨ ਦਿਓ, ਇੱਥੇ ਉਹ ਕਹਿੰਦਾ ਕਿ 10% ਐਡੀਸ਼ਨਲ ਡਿਸਕਾਊਂਟ ਦੇਵਾਂਗੇ। ਕਹਿੰਦਾ ਅਗਰ ਮਾਰਕਡ ਪ੍ਰਾਈਸ ਜਿਹੜਾ ਵਾ 5000 ਹੈ, ਅਗਰ ਮਾਰਕਡ ਪ੍ਰਾਈਸ 5000 ਹੈ ਤਾਂ ਅਸੀਂ ਦੱਸਣਾ ਵਾ ਕਿ ਰਿਟੇਲਰ ਨੂੰ ਕਿੰਨੇ ਪੈਸੇ ਦੇਣੇ ਪਾਉਂਗੇ। ਸੋ ਰਿਟੇਲਰ ਨੇ ਪਹਿਲਾਂ 20% ਦਾ ਡਿਸਕਾਊਂਟ, 20% ਦਾ ਡਿਸਕਾਊਂਟ ਕਿੱਦਾਂ ਨਿਕਾਲਣਾ ਹੈ, ਦੇਖੋ ਕਿੱਦਾਂ ਪਰਸੈਂਟੇजेस ਨਿਕਾਲਣੀਆਂ ਇਹ ਵੀ ਦੱਸਿਆ ਹੋਇਆ ਵਾ PSSB ਸੀਰੀਜ਼ ਦੇ ਵਿੱਚ। ਕਿਸੇ ਨੰਬਰ ਦਾ 10% ਨਿਕਾਲਣਾ ਹੋਵੇ, ਰਾਈਟ ਸਾਈਡ ਤੋਂ ਇੱਕ ਨੰਬਰ ਛੱਡ ਕੇ ਡਾਟ ਲਗਾ ਦਿਓ। 5000 ਦਾ 10% ਹੁੰਦਾ 500, ਮੈਨੂੰ 10% ਨਹੀਂ 20% ਪੁੱਛਿਆ ਵਾ। ਸੋ 500 ਡਬਲ ਕਿੰਨਾ ਹੋ ਗਿਆ 1000। ਇਹਦਾ ਮਤਲਬ 20% ਦਾ ਡਿਸਕਾਊਂਟ ਹੋਊਗਾ 1000 ਰੁਪਏ ਡਿਸਕਾਊਂਟ, ਬਚੇ ਕਿੰਨੇ 4000। ਹੁਣ ਐਡੀਸ਼ਨਲ 10% ਡਿਸਕਾਊਂਟ ਦੇ ਰਹੇ ਆ, ਇੱਥੇ 10% ਡਿਸਕਾਊਂਟ ਹੋਣਾ। 10% ਡਿਸਕਾਊਂਟ ਦਾ ਮਤਲਬ ਰਾਈਟ ਸਾਈਡ ਤੋਂ ਇੱਕ ਨੰਬਰ ਛੱਡ ਕੇ ਡਾਟ ਲਗਾਵਾਂਗੇ, 400 ਦਾ ਡਿਸਕਾਊਂਟ ਹੋਊਗਾ, ਬਚਿਆ ਕਿੰਨਾ 3600। ਰਿਟੇਲਰ ਨੂੰ 3600 ਰੁਪਏ ਦੀ ਚੀਜ਼ ਪਾਉਂਗੀ, ਠੀਕ ਹੈ ਜੀ, ਸਮਝ ਗਏ। ਨੈਕਸਟ ਕੁਐਸਚਨ ਕਰਦੇ ਹਾਂ। ਕਹਿੰਦਾ ਵਾਟਰ ਟੈਂਕ ਕੈਨ ਬੀ ਫਿਲਡ ਇਨ 11 ਮਿੰਟਸ ਯੂਜ਼ਿੰਗ 16 ਪਾਈਪਸ। ਸੋ ਮੈਂ ਇਹਨਾਂ ਨੂੰ ਟਾਈਮ ਐਂਡ ਵਰਕ ਪਾਈਪ ਐਂਡ ਸਿਸਟਮ ਦੇ ਕੁਐਸਚਨ ਕਰਾਏ ਆ। ਹਾਲਾਂਕਿ ਇਹ ਪਾਈਪ ਐਂਡ ਸਿਸਟਮ ਦਾ ਨਹੀਂ, ਇਹ ਟਾਈਮ ਐਂਡ ਵਰਕ ਦਾ ਕੁਐਸਚਨ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ ਮੰਨ ਲਓ 10 ਬੰਦੇ 10 ਦਿਨਾਂ 'ਚ ਇੰਨਾ ਕੰਮ ਕਰਦੇ ਆ ਤਾਂ ਦੱਸੋ ਇੰਨੇ ਬੰਦੇ ਇੰਨੇ ਦਿਨਾਂ 'ਚ ਕਿੰਨਾ ਕੰਮ ਕਰੋਗੇ। ਜਿਹੜੀ ਉਹ ਟਾਈਪ ਹੁੰਦੀ ਹੈ ਉਹ ਕੁਐਸਚਨ ਹੈ। ਇਹਦੇ ਵਿੱਚ ਕੀ ਕਹਿ ਰਿਹਾ ਵਾ 16 ਪਾਈਪਸ, ਵਾਟਰ ਟੈਂਕ ਕੈਨ ਬੀ ਫਿਲਡ ਇਨ 11 ਮਿੰਟਸ ਬਾਈ 16 ਪਾਈਪਸ। ਉਹ ਕਹਿੰਦਾ ਕਿ 16 ਪਾਈਪਾਂ ਕਿਸੇ ਟੈਂਕ ਨੂੰ 11 ਮਿੰਟ ਦੇ ਵਿੱਚ ਫਿਲ ਕਰ ਦਿੰਦੀਆਂ ਵਾ, ਠੀਕ ਹੈ। ਉਹ ਕਹਿੰਦਾ ਹਾਊ ਮੈਨੀ ਮਿੰਟਸ, ਹੁਣ ਇੱਥੇ ਪੁੱਛਦਾ ਪਿਆ ਵਾ ਕਿੰਨਾ ਟਾਈਮ, ਇੱਥੇ ਮੈਨੂੰ ਪੁੱਛਦਾ ਪਿਆ ਕਿੰਨੇ ਮਿੰਟਸ ਦੇ ਵਿੱਚ will the water tank be filled by 45 ਪਾਈਪਸ। 45 ਪਾਈਪਾਂ ਉਹੀ ਕਿੰਨੇ ਟਾਈਮ 'ਚ ਫਿਲ ਕਰੂੰਗੀਆਂ ਟੈਂਕ ਨੂੰ। ਟੈਂਕ ਸੇਮ ਹੈ, ਪਾਈਪ ਦੀ ਕੈਪੈਸਿਟੀ ਸੇਮ ਹੈ, ਠੀਕ ਹੈ, ਸੇਮ ਕੈਪੈਸਿਟੀ। ਸੋ ਅਗਰ 16 ਪਾਈਪਾਂ 11 ਮਿੰਟ 'ਚ ਕਰ ਰਹੀਆਂ ਵਾ ਤੇ ਮੈਨੂੰ ਦੱਸੋ 45 ਪਾਈਪਾਂ ਕਿੰਨੇ ਮਿੰਟ 'ਚ ਕਰੂੰਗੀਆਂ, ਕੁਐਸਚਨ ਹੈ। ਸੋ ਕੀ ਆ ਜਾਊਗਾ 16 11 ਬਾਈ 45। 11 ਨਾਲ ਮਲਟੀਪਲੀਕੇਸ਼ਨ ਤਾਂ ਮੈਂ ਥੋੜੀ ਦੇਰ ਪਹਿਲਾਂ ਸਿਖਾਈ ਸੀ। ਸੋ 6 ਦੀ ਜਗ੍ਹਾ ਤੇ ਮੈਂ 6 ਲਿਖ ਲੂੰਗਾ, ਇਧਰ ਨੂੰ ਪਲੱਸ ਕਰਾਂਗੇ ਤਾਂ 7 ਆ ਜਾਊਗਾ, ਫਿਰ 1 ਲਿਖ ਲਾਂਗੇ 176 ਬਾਈ 45। ਇਹਨੂੰ ਅਸੀਂ ਕਰਨਾ ਵਾ ਡਿਵਾਈਡ। ਹੁਣ ਧਿਆਨ ਨਾਲ ਦੇਖੋ ਡੈਸੀਮਲ 'ਚ ਹੈ, ਇੱਕ ਵਾਰ ਅਸੀਂ ਕੀ ਕਰਦੇ ਹਾਂ 176 ਨੂੰ ਇੱਥੇ ਕਰ ਦਿੰਦੇ 45। ਦੇਖੋ 45 ਦਾ ਡਬਲ ਕਰਾਂਗੇ ਤਾਂ 90, 45 ਦੇ 3 ਦੇ ਟੇਬਲ 'ਚ ਆਉਂਦਾ 135, 135 ਤੋਂ ਬਾਅਦ ਆਊਗਾ 180, 45 ਦੇ 4 ਦੇ ਟੇਬਲ 'ਚ 180 ਆਉਂਦਾ। ਸੋ 4 ਦੇ ਟੇਬਲ 'ਚ ਲਿਖ ਨਹੀਂ ਸਕਦਾ, 3 ਦੇ ਟੇਬਲ 'ਚ ਲਿਖੂੰਗਾ 135। ਹੁਣ 3 ਵਾਲੇ ਕਿੰਨੇ ਆਪਸ਼ਨ ਹੈ, ਦੇਖੋ ਆ ਵੀ ਆਪਸ਼ਨ ਨਹੀਂ, ਆ ਵੀ ਆਪਸ਼ਨ ਨਹੀਂ, ਆ ਵੀ ਆਪਸ਼ਨ ਨਹੀਂ, ਇਹ ਆਪਸ਼ਨ ਹੈ। ਅੱਗੇ ਕੈਲਕੂਲੇਸ਼ਨ ਕਰਨ ਦੀ ਜ਼ਰੂਰਤ ਨਹੀਂ। ਤੁਹਾਨੂੰ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਵਾ ਕਿ ਮੇਰੀ ਕੈਲਕੂਲੇਸ਼ਨ ਠੀਕ ਹੈ ਤੇ 3 ਵਾਲਾ ਪੁਆਇੰਟ ਵਾਲਾ ਆਨਸਰ ਆ ਰਿਹਾ ਵਾ ਤਾਂ 3 ਵਾਲਾ ਪੁਆਇੰਟ ਵਾਲਾ ਆਨਸਰ ਮਾਰਕ ਕਰ ਦਾਂਗੇ, ਅੱਗੇ ਸੋਲਵ ਨਹੀਂ ਕਰਨਾ, ਠੀਕ ਹੈ। ਸੋ ਕਿਉਂਕਿ ਤੁਹਾਨੂੰ ਪਤਾ CBT ਕੰਪਿਊਟਰ ਬੇਸਡ ਪੇਪਰ ਹੁੰਦਾ, ਕਈ ਬੱਚਿਆਂ ਦਾ ਪੇਪਰ ਰਹਿ ਜਾਂਦਾ ਹੈ। ਉਹਦਾ ਕਾਰਨ ਹੈ ਕਿ ਅਸੀਂ ਲੰਬੀ ਕੈਲਕੂਲੇਸ਼ਨ ਕਰਨ ਬੈਠ ਜਾਂਦੇ ਆ, ਸਾਨੂੰ ਕੈਲਕੂਲੇਸ਼ਨ ਦੇ ਟ੍ਰਿਕਸ ਨਹੀਂ ਆਉਂਦੇ, ਠੀਕ ਹੈ। ਸੋ ਹੌਲੀ ਸਿੱਖਣੇ ਆ। ਇਹ ਵੀ ਚੀਜ਼ ਹੈਗੀ ਹੈ ਕਿ ਆਪਸ਼ਨ ਨੂੰ ਦੇਖ ਕੇ ਕਿੱਦਾਂ ਆਨਸਰ ਟਿਕ ਕਰਨਾ ਹੈ, ਯੂਨਿਟ ਡਿਜਿਟ ਨੂੰ ਦੇਖ ਕੇ ਕਿੱਦਾਂ ਆਨਸਰ ਟਿਕ ਕਰਨਾ ਹੈ, ਡਿਜੀਟਲ ਸਮ ਕਿੱਦਾਂ ਕਰਨਾ ਵਾ, ਸਾਰੀ ਚੀਜ਼ਾਂ ਜਿਹੜੀਆਂ ਵਾ ਆਉਣੀਆਂ ਚਾਹੀਦੀਆਂ ਵਾ। ਨੈਕਸਟ ਕੁਐਸਚਨ ਕਰਦੇ ਆ।
कहता 3 पार्टनरशिप वाला क्वेश्चन बड़ा ईजी क्वेश्चन आया है। कहता 3 पार्टनर्स इन्वेस्टेड इन अ बिजनेस द रेशो दिस। देखो ये ना पार्टनरशिप के पूरे चैप्टर च तीन चीज़ां होंदियां वा कि पैसा जिन्हों आप कहने इन्वेस्टमेंट, पैसा किन्ने टाइम ਲਈ ਕੀਤਾ ਹੋਇਆ ਵਾ। सो इन्वेस्टमेंट टाइम ਤੇ प्रॉफिट, जो प्रॉफिट हो गया तो पैसा ਆਪਾਂ ਵੰਡਣਾ ਕਿੱਦਾਂ ਪਾਰਟਨਰਸ਼ਿਪ 'ਚ। ਤੁਸੀਂ ਯਾਦ ਰੱਖਣਾ ਇਨਵੈਸਟਮੈਂਟ ਨੂੰ ਜਦੋਂ ਟਾਈਮ ਨਾਲ ਮਲਟੀਪਲਾਈ ਕਰਦੇ ਹਾਂ ਅਸੀਂ ਤਾਂ ਪ੍ਰੋਫਿਟ ਆ ਜਾਂਦਾ ਹੈ। ਠੀਕ ਹੈ ਜੀ। ਹੁਣ ਉਹਨੇ ਮੈਨੂੰ ਪ੍ਰੋਫਿਟ ਦੀ ਰੇਸ਼ੋ ਪੁੱਛੀ ਹੈ ਤੇ ਇਹਦਾ ਮਤਲਬ ਆਪਾਂ ਇਨਵੈਸਟਮੈਂਟ ਦੇ ਟਾਈਮ ਨੂੰ ਮਲਟੀਪਲਾਈ ਕਰਾਂਗੇ। ਇਨਵੈਸਟਮੈਂਟ ਦੀ ਰੇਸ਼ੋ ਕਹਿ ਰਿਹਾ ਵਾ 2:8:3 ਹੈ। ठीक है। और उन्होंने अपनी कैपिटल इन्वेस्ट की थी। पहले वाले पर्सन ने 2 महीने ली की थी, दूजे वाले पर्सन ने 12 महीने ली की थी, तीजे वाले पर्सन ने 9 मंथ्स ली की थी। हुण इन्हां नूं कर दो मल्टीप्लाई। 2 2 जा 4, 8 नूं 12 ना करांगे तो 96, 9 नूं 3 ना करांगे तो 27। ये नंबर सानूं नज़र आ रहा है, देखो 4 96 27, 4 96 27 ये आंसर आ गया। ठीक है। सो की याद करना है, इन्वेस्टमेंट इंटू टाइम ही प्रॉफिट की रेशो होंदी है। ठीक है जी। चलो नैक्सट क्वेश्चन। अगेन एक क्वेश्चन 2024 च भी आंदा सीगा कि बी दे 58 नंबर है, ए दे 75 नंबर है, दसो ए दे किन्ने परसेंट मार्क्स बी कोल है। वट परसेंटेज ऑफ एज मार्क्स वॉज बीज मार्क्स। सो बी वो कहता कि ए दे किन्ने परसेंट है। ए नूं अगर मैं 100% मान लवां तो 100% वाली चीज़ नूं आप डिनोमिनेटर च लिखते हैं। तो मैंने दसना वा कि 75 के उत्ते 58 के किन्ने परसेंट बनते हैं। 100 नाल मल्टीप्लाई करांगे, ए 25 के 4 टेबल च आंदा है, 25 के 3 के टेबल च आंदा वा। 4 ਨੂੰ 8 ਨਾਲ ਕਰਾਂਗੇ ਤਾਂ 32, ਇੱਥੇ ਆ ਗਿਆ 2 3 ਕੈਰੀ। 4 ਨੂੰ 5 ਨਾਲ ਕਰਾਂਗੇ 20, 3 ਕੈਰੀ ਕੀਤਾ ਹੋਇਆ ਸੀ 23। ਇਹਨੂੰ ਅਸੀਂ ਕਰਨਾ ਵਾ 3 ਦੇ ਨਾਲ ਡਿਵਾਈਡ। ਕਿੰਨਾ ਕਰਨਾ ਵਾ 3 ਦੇ ਨਾਲ, ਇਹ ਨੰਬਰ ਦੇ ਨਾਲ ਕਰਾਂਗੇ ਡਿਵਾਈਡ। 7 ਨਾਲ ਕਰਾਂਗੇ ਤਾਂ ਇੱਥੇ ਕਿੰਨਾ ਆ ਜਾਊਗਾ 21। ਹੁਣ ਆਪਾਂ ਦੇਖਾਂਗੇ 7 ਵਾਲੇ ਕਿੰਨੇ ਆਪਸ਼ਨ ਹੈ। क्या ऑप्शन है, ਇਹ 9 ਵਾਲਾ नहीं आऊँगा, ਇਹ भी नहीं आऊँगा। सो दोनों ऑप्शन 7 वाले है। ਇੱਥੇ ਮੇਰੇ ਕੋਲ ਫਿਰ ਕੀ ਆ ਗਿਆ 2 ਤੇ 2, ਫਿਰ ਕੀ ਆ ਗਿਆ 7 ਜਾਂ 21। ਹੁਣ ਆਪਾਂ ਦੇਖਦੇ ਹਾਂ ਕਿ ਇੱਥੇ ਤਾਂ 78 ਹੈ, ਮੇਰੇ ਕੋਲ 77 ਵਾਲਾ ਆਉਣਾ ਚਾਹੀਦਾ ਆਂਸਰ। 77 ਵਾਲਾ ਆਪਸ਼ਨ ਹੈ ਸਾਡਾ, 4th ਆਪਸ਼ਨ ਆਊਗਾ। ਠੀਕ ਹੈ ਜੀ, ਲੱਗ ਗਈ ਗੱਲ ਸਮਝ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਐਵਰੇਜ ਏਜ, ਐਵਰੇਜ ਦੇ ਕੁਐਸਚਨ ਵੀ ਪਿਛਲੀ ਵਾਰ ਵੀ ਪੁੱਛੇ ਸੀ ਪਰ ਇਸ ਵਾਰ ਬਹੁਤ ਈਜ਼ੀ ਹੈ। ਉਹ ਕਹਿੰਦਾ ਕਿ 3 ਬੰਦਿਆਂ ਦੀ ਜਿਹੜੀ ਐਵਰੇਜ ਔਸਤ ਏਜ 35 ਹੈ। ਇਹਦਾ ਮਤਲਬ ਹੁੰਦਾ ਤਿੰਨਾਂ ਦੀ ਏਜ 35 35 35 ਹੈ, ਤਾਂ ਮੈਂ ਕਹੂੰਗਾ ਟੋਟਲ ਕਿੰਨੀ ਹੈ 105। ਤਾਂ ਏਜਸ ਜਿਹੜੀਆਂ ਉਹ ਕਿਹੜੇ ਪ੍ਰਪੋਰਸ਼ਨ ਦੇ ਵਿੱਚ ਹੈ ਕਿ ਪਹਿਲੇ ਦੀ ਏਜ ਅਗਰ 2 ਹੈ, ਦੂਜੇ ਦੀ 6 ਹੋਊਗੀ, ਤੀਜੇ ਦੀ 7 ਹੋਊਗੀ। ਇਹ ਅਗਰ ਤੇ ਆ ਜਾਂਦਾ, ਅਗਰ ਇਹਦੀ 2 ਹੈ ਫਿਰ 6 ਹੈ ਫਿਰ 7 ਹੈ। ਹੁਣ ਉਹ ਕਹਿੰਦਾ ਕਿ ਦੱਸੋ ਯੰਗੈਸਟ ਪਰਸਨ ਕਿਹੜਾ ਲੱਗ ਰਿਹਾ ਵਾਲਾ, ਇਹਦੀ ਏਜ ਕਿੰਨੀ ਹੋਊਗੀ। ਦੇਖੋ ਸਾਨੂੰ ਪਤਾ ਟੋਟਲ ਕਿੰਨੀ ਹੈ 105। ਆਪਾਂ ਰੇਸ਼ੋ ਦੇ ਪੁਆਇੰਟ ਜਿਹੜੇ ਆ ਉਹਨਾਂ ਨੂੰ ਇਕੁਏਟ ਕਰਦੇ ਨੇ 105 ਦੇ ਨਾਲ। ਰੇਸ਼ੋ ਦੇ ਮੇਰੇ ਕੋਲ ਕਿੰਨੇ ਪੁਆਇੰਟ ਹੈ 7 6 13 ਤੇ 2 15। ਇਹਦਾ ਮਤਲਬ ਕਿ ਰੇਸ਼ੋ ਦੇ ਦੇਖੋ ਇਹ ਰੇਸ਼ੋ ਹੈ ਸਾਡੇ ਕੋਲ, ਇਹਨੂੰ ਪਲੱਸ ਕਰਾਂਗੇ ਉਮਰ ਦੇ ਬਰਾਬਰ ਹੋਊਗੀ। ਸੋ ਰੇਸ਼ੋ ਦੇ 15 ਪੁਆਇੰਟ ਹੈ, ਕਿਹਦੇ ਬਰਾਬਰ ਆ ਗਏ 105 ਦੇ। 15 ਦੇ 7 ਦੇ ਟੇਬਲ 'ਚ ਆਉਂਦਾ ਵਾ 105। ਸੋ ਇਹਦਾ ਮਤਲਬ ਰੇਸ਼ੋ ਦੇ 1 ਪੁਆਇੰਟ ਦੀ ਵੈਲਿਊ ਕਿੰਨੀ ਆ ਗਈ 7। ਉਹ ਮੈਨੂੰ ਪੁੱਛ ਰਿਹਾ ਇਹਦੀ ਉਮਰ ਕਿੰਨੀ ਹੋਊਗੀ। 1 ਦੀ ਵੈਲਿਊ 7 ਹੈ ਤੇ 2 ਦੀ ਕਿੰਨੀ ਹੋਊਗੀ 14। ਸਾਡਾ ਆਂਸਰ ਕਿੰਨਾ ਆ ਗਿਆ 14। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਕਰੋ ਰੀਡ। ਨੈਕਸਟ ਕੁਐਸਚਨ 'ਚ ਕਹਿ ਰਿਹਾ ਵਾ ਕਿ 616 ਐਪਲ ਡਿਸਟ੍ਰੀਬਿਊਟ ਕਰਨੇ ਹੈ ਅਮੰਗ ਨੀਰਜ, ਵਿਦਿਆ ਐਂਡ ਮੋਹਨ ਇਨ ਦਾ ਰੇਸ਼ੋ 1/2, 1/8, 1/4। ਰੇਸ਼ੋ ਦੇ ਪਹਿਲੇ ਚੈਪਟਰ 'ਚ ਅਸੀਂ ਦੱਸੀਦਾ ਵਾ ਕਿ ਰੇਸ਼ੋ ਫ੍ਰੈਕਸ਼ਨ ਫਾਰਮ 'ਚ ਨਹੀਂ ਹੁੰਦੀ। ਤਾਂ ਮੈਂ ਇਹਨੂੰ ਕਨਵਰਟ ਕਰਾਂ ਅਗਰ ਤਾਂ ਐਲਸੀਐਮ ਕਿੰਨਾ ਆ ਜਾਊਗਾ 8। 2 ਨੂੰ 8 ਬਣਾਉਣਾ ਵਾ। ਐਲਸੀਐਮ ਦਾ ਮਤਲਬ ਹੁੰਦਾ ਕਿ 2 ਨੂੰ ਵੀ 8 ਬਣਾਤਾ, 8 ਨੂੰ ਤਾਂ 8 ਬਣਾਤਾ, 4 ਨੂੰ ਵੀ 8 ਬਣਾਤਾ। 2 ਨੂੰ 8 ਬਣਾਉਣ ਲਈ 4 ਨਾਲ ਮਲਟੀਪਲਾਈ ਕਰਾਂਗੇ, ਉੱਪਰ ਵੀ 4 ਨਾਲ ਕਰਾਂਗੇ, ਇੱਥੇ ਆ ਜਾਊਗਾ 4। 8 ਨੂੰ 8 ਬਣਾਉਣ ਲਈ 1 ਨਾਲ ਮਲਟੀਪਲਾਈ, ਉੱਪਰ ਵੀ 1 ਨਾਲ ਕਰਾਂਗੇ ਤਾਂ 1। ਇਹਨੂੰ 2 ਨਾਲ ਕਰਾਂਗੇ, ਉੱਪਰ ਵੀ 2 ਨਾਲ ਕਰਾਂਗੇ ਤਾਂ 2। ਸੋ ਬੇਸਿਕਲੀ ਜਿਹੜੀ ਰੇਸ਼ੋ ਦਿੱਤੀ ਹੋਈ ਸੀ ਇਹ ਸਾਡੇ ਕੋਲ ਬਣ ਗਈ 4:1:2। ਇਹਨਾਂ ਦੇ ਵਿੱਚ ਐਪਲਸ ਡਿਸਟ੍ਰੀਬਿਊਟ ਕਰਨੇ ਕਿੰਨੇ 616। ਅਸੀਂ ਦੱਸਣਾ ਮੋਹਨ ਦਾ ਸ਼ੇਅਰ ਕਿੰਨਾ, ਮੋਹਨ ਮੀਨਸ ਤੀਸਰਾ ਪਰਸਨ, ਆ ਸ਼ੇਅਰ ਦੱਸਣਾ ਵਾ। तो 616 टोटल एप्पल्स है। सेम क्वेश्चन आया रेशो वाला। रेशो के कितने पॉइंट्स है 6 ते 5 ते 2 7। रेशो के 7 पॉइंट्स है। एक पॉइंट की वैल्यू कितनी होगी 7 के टेबल च कटिंग करो। 7 नूं इहदे नाल कट करांगे तो कितना आऊँगा 7 नूं 8 ना करांगे तो कितना आ जाऊँगा 56। बचूंगा कितना फिर 56, इत्थे कितना आ गया 88। 1 की वैल्यू 88 आ गई। 2 की वैल्यू दसो कितनी है। 80 का डबल कितना होंदा 160। 8 का डबल कितना होंदा 16। इत्थे मेरे को आ गया 176। साडा आंसर आऊँगा 176। ठीक है जी। तुहानूं मैं दस रहा मैच बहुत ईजी आई है इस बार, ताही इस बार कट ऑफ जी है हायर साइड से गई है। जिदा कि साढ़े को स्टूडेंट्स है वह हुण
ਫਿਜ਼ੀਕਲ ਵੀ ਕਲੀਅਰ ਹੋ ਗਿਆ ਵਾ, ਜੋ ਆਲਮੋਸਟ ਡਨ ਹੈ, ਉਹ ਕਾਂਸਟੇਬਲ ਬਣ ਗਿਆ ਵਾ, ਉਹਦੇ ਨੰਬਰ 80 ਪਲੱਸ ਆਏ ਸੀਗੇ, ਠੀਕ ਹੈ, ਜਨਰਲ ਕੈਟਾਗਰੀ 'ਚ ਸੀਗਾ, 80 ਪਲੱਸ ਨੰਬਰ ਉਹਦੇ ਆਏ ਆ 83 ਦੇ ਆਸ-ਪਾਸ, ਤੇ ਉਹਨੇ ਫਿਜ਼ੀਕਲ ਜੋ ਹੈ ਕਲੀਅਰ ਕਰ ਲਿਆ ਵਾ। ਉਹਦੇ ਕੁਆਂਟ ਤੇ ਰੀਜ਼ਨਿੰਗ ਮਿਲਾ ਕੇ 38 ਨੰਬਰ ਹੈ, 40 ਦੇ ਵਿੱਚੋਂ ਕੁਆਂਟ ਤੇ ਰੀਜ਼ਨਿੰਗ ਮਿਲਾ ਕੇ 38 ਨੰਬਰ ਹੈ। ਸੋ ਇਹਦਾ ਮਤਲਬ ਕੀ ਹੈ, ਅਸੀਂ ਪੂਰੇ ਚੋਂ ਪੂਰੇ ਨੰਬਰ ਲੈਣ ਦੀ ਕੋਸ਼ਿਸ਼ ਕਰੀਏ ਤਾਂ ਹੀ ਪੇਪਰ ਜੋ ਹੈ ਕਲੀਅਰ ਹੋਊਗਾ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖते हैं। Two pipes A and B can fill the tank in 20 minutes and 60 minutes. So A पाइप किसी टैंक ਨੂੰ 20 ਮਿੰਟ ਚ ਫਿਲ ਕਰਦੀ ਹੈ, B ਪਾइप ਉसी ਟੈਂਕ ਨੂੰ 16 ਮਿੰਟ ਚ ਫਿਲ ਕਰਦੀ ਹੈ। both the pipes are open together. So ਅਗਰ ਦੋਨੋਂ ਪਾइप ओपन ਕੀਤੀਆਂ ਤਾਂ ਮੈਂ ਪਹਿਲਾਂ LCM ਨਿਕਾਲ ਲੂੰਗਾ। ਹੁਣ ਜਦੋਂ LCM ਨਿਕਾਲਦੇ ਆ, ਲੋਐਸਟ ਲੀਸਟ ਕਾਮਨ ਮਲਟੀਪਲ, ਤਾਂ ਮਲਟੀਪਲ ਕਾਮਨ ਹੋਣਾ ਚਾਹੀਦਾ ਵਾ, ਉਹ ਮਲਟੀਪਲ 20 ਦਾ ਵੀ ਹੋਣਾ ਚਾਹੀਦਾ, ਉਹ ਮਲਟੀਪਲ 16 ਦਾ ਵੀ, ਤੇ ਕਾਮਨ ਹੁਣ 20 ਦਾ ਮਲਟੀਪਲ ਤਾਂ ਸਾਰੇ ਮਲਟੀਪਲ 0 ਵਾਲੇ ਹੁੰਦੇ ਆ। ਹੁਣ 16 ਦਾ ਇਹਦਾ ਕਿਹੜਾ ਮਲਟੀਪਲ ਹੈ ਜਿਹੜਾ 20 ਵਾਲਾ ਹੋਊਗਾ? ਸੋ ਕੋਈ ਵੀ ਈਵਨ ਨੰਬਰ ਹੈ, ਜਦੋਂ ਮੈਂ ਉਹਨੂੰ 5 ਨਾਲ ਮਲਟੀਪਲਾਈ ਕਰਦਾ ਤੇ ਫਸਟ ਇਦਾਂ ਦਾ ਮਲਟੀਪਲ ਆ ਜਾਂਦਾ ਵਾ ਜਿਹਦੇ ਪਿੱਛੇ 0 ਹੈ, ਦੈਟ ਮੀਨਸ 80। 80 20 ਦੇ ਟੇਬਲ 'ਚ ਵੀ ਆਉਂਦਾ ਵਾ। ਸੋ ਮੇਰਾ ਐਲਸੀਐਮ ਹੋਊਗਾ 80, 20 4 ਜਾਂ 80, 16 5 ਜਾਂ 80। ਹੁਣ ਦੇਖੋ ਇਹ ਉੱਪਰ ਮੈਂ ਲਿਖਿਆ ਹੋਇਆ ਵਾ ਟਾਈਮ, ਜੋ ਮੈਂ ਇੱਥੇ 4 ਤੇ 5 ਲਿਖਿਆ ਹੈ ਐਫੀਸ਼ੀਐਂਸੀ। ਐਫੀਸ਼ੀਐਂਸੀ ਕੀ ਹੁੰਦਾ ਵਾ? ਪਰ ਯੂਨਿਟ ਟਾਈਮ, ਉਹ ਕਿੰਨੇ ਯੂਨਿਟ ਕੰਮ ਕਰ ਰਿਹਾ। ਧਿਆਨ ਨਾਲ ਸੁਣਿਓ, ਜਦੋਂ ਮੈਂ ਐਲਸੀਐਮ ਨਿਕਾਲਿਆ ਇੱਥੇ, ਇਹ ਹੈਗਾ ਸਾਡੇ ਕੋਲ, ਅਗਰ ਮੈਂ ਇਸ ਕੁਐਸਚਨ ਦੀ ਗੱਲ ਕਰਾਂ ਤੇ ਟੈਂਕ ਦੀ ਕਪੈਸਿਟੀ ਕਿੰਨੀ ਹੈ। ਟਾਈਮ ਐਂਡ ਵਰਕ 'ਚ ਆਪਾਂ ਕਹਿੰਦੇ ਕਿ ਨੰਬਰ ਆਫ ਯੂਨਿਟਸ ਕਿੰਨੇ ਯੂਨਿਟ ਕੰਮ ਕਰਨਾ ਵਾ। 80 ਚੇਅਰਸ ਬਣਾਉਣੀਆਂ, ਟੈਂਕ 80 ਲੀਟਰ ਦਾ ਹੈ, 80 ਲੀਟਰ ਦਾ ਟੈਂਕ ਹੈ। ਇਹ ਜਿਹੜਾ ਵਾ ਉਹ 20 ਮਿੰਟ 'ਚ ਫਿਲ ਕਰ ਦਿੰਦਾ। 20 ਮਿੰਟ ਲੱਗਦੇ ਅਗਰ 80 ਲੀਟਰ ਭਰਨ ਲਈ, ਤਾਂ ਹਰ ਮਿੰਟ ਕਿੰਨੇ ਲੀਟਰ ਪਾਣੀ ਭਰ ਰਿਹਾ ਵਾ? 4। ਇਹਨੂੰ ਅਸੀਂ ਕਹਿੰਦੇ ਐਫੀਸ਼ੀਐਂਸੀ। ਹਰ ਮਿੰਟ ਕਿੰਨੇ ਲੀਟਰ ਪਾਣੀ? 4। ਹਰ ਲੀਟਰ ਕਿੰਨੇ ਲੀਟਰ ਪਾਣੀ? 5 ਲੀਟਰ। ਸੋ ਇਹਦਾ ਮਤਲਬ ਅਗਰ ਇਹ ਪਾਈਪ ਨੂੰ 1 ਮਿੰਟ ਓਪਨ ਕਰਾਂਗੇ ਤਾਂ 4 ਲੀਟਰ ਪਾਣੀ ਭਰ ਜਾਊਗਾ। B ਪਾਈਪ ਨੂੰ ਅਗਰ ਮੈਂ 1 ਮਿੰਟ ਓਪਨ ਕਰੂੰਗਾ ਤਾਂ 5 ਲੀਟਰ ਪਾਣੀ ਭਰ ਜਾਊਗਾ। ਉਹ ਕਹਿੰਦਾ A ਤੇ B ਪਾਈਪ ਦੋਨੋਂ ਓਪਨ ਕਰਦੀਆਂ, A ਪਲੱਸ B ਪਾਈਪ ਦੋਨੋਂ ਓਪਨ ਕਰਦੀਆਂ ਅਗਰ, ਇਹਦਾ ਮਤਲਬ ਕੀ ਹੈ? 1 ਮਿੰਟ ਦੇ ਵਿੱਚ 4 ਲੀਟਰ ਇੱਥੋਂ, 5 ਲੀਟਰ ਇੱਥੋਂ, 9 ਲੀਟਰ ਪਾਣੀ ਫਿਲ ਹੋ ਜਾਊਗਾ। ਸੋ ਕਿੰਨੀ ਦੇਰ ਲਈ? ਕਹਿੰਦਾ ਬੋਥ ਦਾ ਪਾਈਪ ਓਪਨ ਕੀਤੀਆਂ ਗਈਆਂ, ਬਟ ਆਫਟਰ 3 ਮਿੰਟਸ ਪਾਈਪ A ਵਾਸ ਟਰਨਡ ਆਫ। ਇਹਦਾ ਮੇਰਾ 3 ਮਿੰਟਸ ਹੈ ਪਾਈਪ ਓਪਨ ਰਹੀਆਂ। 3 ਮਿੰਟ ਦਾ ਮਤਲਬ, ਹੁਣ 3 ਮਿੰਟ ਦਾ ਮਤਲਬ ਹੈ 27 ਲੀਟਰ ਪਾਣੀ ਭਰ ਗਿਆ। 27 ਲੀਟਰ ਅਗਰ ਪਾਣੀ ਭਰ ਗਿਆ ਤਾਂ ਮੇਰੇ ਕੋਲ ਕਿੰਨਾ ਰਹਿ ਗਿਆ? 53 ਲੀਟਰ, 53 ਲੀਟਰ ਪਾਣੀ ਬਚ ਗਿਆ। ਇਹ ਪਾਈਪ ਜੋ ਹੈ ਉਹ ਕਲੋਜ਼ ਕਰਤੀ। ਉਹ ਕਹਿ ਰਿਹਾ ਕਿ ਵਟ ਇਜ਼ ਦ ਟਾਈਮ ਰਿਕੁਆਇਰਡ ਟੂ ਫਿਲ ਦ ਰਿਮੇਨਿੰਗ ਟੈਂਕ। ਬਚਿਆ ਹੋਇਆ ਟੈਂਕ ਦੀ ਕਿੰਨੀ ਕੈਪੈਸਿਟੀ ਰਹਿ ਗਈ ਹੈ? 53 ਲੀਟਰ ਫਿਲ ਕਰਨਾ। ਹੁਣ ਕਰਨਾ ਕਿੰਨੇ ਹੈ? A ਪਾਈਪ ਤਾਂ ਬੰਦ ਹੋ ਗਈ, B ਪਾਈਪ ਨੇ। ਸੋ B ਪਾਈਪ ਇੱਥੇ ਡਿਵਾਈਡ ਕਰ ਦਾਂਗੇ। ਹਰ ਘੰਟੇ 5 ਲੀਟਰ ਪਾਣੀ ਤੇ 53 ਲੀਟਰ ਪਾਣੀ ਫਿਲ ਕਰਨ ਲਈ ਕਿੰਨਾ ਟਾਈਮ ਚਾਹੀਦਾ ਵਾ? 53/5। ਸੋ 53/5 ਸਾਡੇ ਕੋਲ ਪਹਿਲਾ ਆਪਸ਼ਨ ਆ ਜਾਊਗਾ। 53/5 ਮਿੰਟ ਲੱਗੂਗਾ। ਠੀਕ ਹੈ ਜੀ, ਸਮਝ ਗਏ? ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਬੜਾ ਬੇਸਿਕ ਕੁਐਸਚਨ ਹੈ। ਟਾਈਮ ਐਂਡ ਵਰਕ ਦਾ ਕਨਸੈਪਟ ਅਗਰ ਤੁਹਾਨੂੰ ਆਉਂਦਾ ਵਾ ਤੇ ਪਾਈਪ ਐਂਡ ਸਿਸਟਮ ਦਾ ਕੁਐਸਚਨ ਪੁੱਟ ਜ਼ਰੂਰ ਕੀਤਾ ਵਾ। ਪਾਈਪ ਐਂਡ ਸਿਸਟਮ ਦੇ ਕੁਐਸਚਨ ਨੂੰ ਮੈਂ ਤਦ ਹੀ ਪਾਈਪ ਐਂਡ ਸਿਸਟਮ ਦਾ ਕੁਐਸਚਨ ਮੰਨਦਾ ਅਗਰ ਨੈਗੇਟਿਵ ਵਰਕ ਕੀਤਾ ਹੋਵੇ, ਲੀਕੇਜ ਪਾਈਪ ਹੋਵੇ, ਤਾਂ ਹੀ ਟਾਈਮ ਐਂਡ ਵਰਕ ਤੋਂ ਡਿਫਰੈਂਟ ਕਨਸੈਪਟ ਹੈ, ਨਹੀਂ ਤਾਂ ਨਹੀਂ। ਹਾਲਾਂਕਿ ਕਨਸੈਪਟ ਸੇਮ ਹੈ ਸਾਰਿਆਂ ਦਾ। ਨੈਗੇਟਿਵ ਵਰਕ ਤਦ ਕੰਮ ਕਰਦਾ ਲੀਕੇਜ ਪਾਈਪ ਜਦੋਂ ਫੰਕਸ਼ਨਲ ਹੁੰਦੀ ਹੈ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਰੀਡ ਕਰੋ। ਕਹ ਰਿਹਾ ਕਿ 100 ਚੀਕੂਜ਼ ਵਰ ਬੌਟ। 100 ਚੀਕੂ ਖਰੀਦੇ ਕਿੱਦਾਂ? 1220 ਰੁਪਏ ਪਰ 100। 100 ਚੀਕੂਆਂ ਦਾ ਰੇਟ ਜਿਹੜਾ ਵਾ ਉਹ 1220 ਹੈ, ਤਾਂ 100 ਹੀ ਖਰੀਦੇ। ਇਹਦਾ ਮਤਲਬ ਸਾਡਾ ਜਿਹੜਾ ਖਰੀਦਣ ਦਾ ਪ੍ਰਾਈਸ ਹੈ, ਕਾਸਟ ਪ੍ਰਾਈਸ ਹੈ 100 ਚੀਕੂ ਦਾ ਕਿੰਨਾ ਹੈ? 1220। ਕਹਿੰਦਾ ਫਿਰ ਉਹਨਾਂ ਨੂੰ ਵੇਚ ਦਿੱਤਾ ਗਿਆ 1055 ਰੁਪਏ ਪ੍ਰੋਫਿਟ ਕਮਾ ਕੇ। ਸੋ ਪ੍ਰੋਫਿਟ ਕਿੰਨਾ ਵਾ? 1055। ਤਾਂ ਆਪਾਂ ਵੇਚੇ ਕਿੰਨੇ ਦੇ ਹੋਣਗੇ? ਸੈਲਿੰਗ ਪ੍ਰਾਈਸ ਕਿੰਨੇ ਦਾ ਹੁੰਦਾ ਵਾ ਕਿ ਜਿੰਨੇ ਦੀ ਚੀਜ਼ ਆਈ, ਪ੍ਰੋਫਿਟ ਕਿੰਨਾ ਕਮਾਇਆ? ਇੱਥੇ ਆ ਗਿਆ 5, ਇੱਥੇ ਆ ਗਿਆ 7, ਇੱਥੇ ਆ ਗਿਆ 2275 ਰੁਪਏ ਦੇ 100 ਐਪਲ ਵੇਚਤੇ। ਠੀਕ ਹੈ, ਸੈਲਿੰਗ ਪ੍ਰਾਈਸ ਕਿੰਨਾ ਸਾਡਾ? 1275, 100 ਐਪਲਸ ਦਾ। ਉਹ ਕਹਿੰਦਾ ਕਿ ਸੈਲਿੰਗ ਪ੍ਰਾਈਸ ਦੱਸੋ 1 ਦਰਜਨ ਦਾ। ਹੁਣ ਦੇਖੋ 2275 ਜਿਹੜਾ ਸੈਲਿੰਗ ਪ੍ਰਾਈਸ ਹੈ ਇਹ 100 ਐਪਲਸ ਦਾ ਹੈ। 1 ਐਪਲ ਦਾ ਕਿੰਨਾ ਹੋਊਗਾ? 2275/100। ਤੇ ਮੈਨੂੰ ਪੁੱਛਦਾ ਦਰਜਨ ਦਾ ਕਿੰਨਾ ਹੋਊਗਾ? 12 ਦਾ ਕਿੰਨਾ ਹੋਊਗਾ? ਇਹਦੀ ਵੈਲਿਊ ਨਿਕਾਲੋ ਤੇ 2 ਜ਼ੀਰੋ ਐਡਜਸਟ ਕਰ ਦਿਓ। ਹੁਣ ਧਿਆਨ ਨਾਲ ਦੇਖੋ, 2275 ਨੂੰ 12 ਨਾਲ ਮਲਟੀਪਲਾਈ ਕਰਨਾ ਹੈ। ਪਹਿਲਾਂ 2275 ਨੂੰ 10 ਨਾਲ ਮਲਟੀਪਲਾਈ ਕਰੂੰਗਾ ਤਾਂ ਕਿੰਨਾ ਆਊਗਾ? 22750। 10 ਨਾਲ ਕਰਤਾ। ਹੁਣ 2275 ਨੂੰ 2 ਨਾਲ ਕਰਨਾ ਹੈ, 2 ਨੰਬਰ ਡਬਲ ਕਰਨਾ ਹੈ। 2200 ਦਾ ਡਬਲ ਕਿੰਨਾ ਹੁੰਦਾ ਵਾ? 4400, 4400। 75 ਦਾ ਡਬਲ ਕਿੰਨਾ ਹੁੰਦਾ? 150। ਤੇ ਮੈਂ ਕੀ ਲਿਖਦਾ? 4550। ਠੀਕ ਹੈ, 2275 ਦਾ ਡਬਲ ਕਿੰਨਾ ਹੁੰਦਾ? 4550। ਸੋ ਇੱਥੇ ਮੇਰੇ ਕੋਲ ਆ ਗਿਆ 0, ਇੱਥੇ 100 ਆ ਗਿਆ, 7 5 12, 1 3 ਆ ਗਿਆ ਤੇ 6 ਤੇ 1 7 ਆ ਗਿਆ। ਸੋ ਇਹ ਆ ਗਿਆ, ਨੀਚੇ ਆ ਗਿਆ 100, ਇਹ 100 ਆ ਗਿਆ। 2 0 ਕੈਂਸਲ ਕਰਾਂਗੇ, ਬਚਿਆ ਕਿੰਨਾ? 273। ਸੋ ਸਾਡਾ ਆਂਸਰ ਹੈ ਥਰਡ ਆਪਸ਼ਨ। ਠੀਕ ਹੈ ਜੀ, ਸਮਝ ਗਏ? नेक्स्ट क्वेश्चन करते हैं।
A trader has 2975 kg of the sugar, 2975 ਕਿਲੋ ਸ਼ੂਗਰ ਹੈ ਉਹਦੇ ਕੋ, ਕਹਿੰਦਾ ਹੀ ਸੈਲਸ ਅ ਪਾਰਟ ਆਫ ਇਟ, ਕੁਛ ਇਹਨੇ ਕੁਛ ਹਿੱਸਾ ਉਹਨੇ 42% ਦੇ ਪ੍ਰੋਫਿਟ ਤੇ ਵੇਚਤਾ, ਕੁਛ ਹਿੱਸਾ ਉਹਨੇ 56% ਦੇ ਪ੍ਰੋਫਿਟ ਤੇ ਵੇਚਤਾ, ਤੇ ਟੋਟਲ ਟ੍ਰਾਂਜੈਕਸ਼ਨ ਤੇ 52% ਪ੍ਰੋਫਿਟ ਹੈ। ਸੋ ਇਹ ਵੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਐਲੀਗੇਸ਼ਨ ਵੀ ਕਰਾਈ ਸੀ, ਲਾਸਟ ਈਅਰ ਵੀ ਆਹੀ ਕੁਐਸਚਨ ਆਏ ਸੀਗੇ। ਸੋ ਇਹਦੇ ਵਿੱਚ ਕੀ ਹੁੰਦਾ, ਜਦੋਂ ਮੈਂ ਤਿੰਨੋਂ ਚੀਜ਼ਾਂ ਲਿਖ ਦਿੰਦਾ ਵਾ, ਇੱਥੇ ਕੀ ਲਿਖਿਆ ਹੋਇਆ ਕਿ ਇੱਕ ਪ੍ਰੋਫਿਟ, ਇੱਥੇ ਦੂਜਾ ਪ੍ਰੋਫਿਟ, ਇੱਥੇ ਕੰਬਾਈਨਡ ਪ੍ਰੋਫਿਟ, ਅਸੀਂ ਇਹਦੇ ਚੋਂ ਇਹਨੂੰ ਮਾਈਨਸ ਕਰਕੇ ਇੱਥੇ ਇੱਕ ਨੰਬਰ ਲਿਖਦੇ ਹਾਂ, 56 ਚੋਂ 52 ਗਏ 4, ਫਿਰ ਆਪਾਂ 52 ਚੋਂ ਇਹਨੂੰ ਮਾਈਨਸ ਕਰਦੇ ਹਾਂ, ਸਾਡੇ ਕਿੰਨਾ ਆ ਗਿਆ 10। ਸੋ ਇਹਦੀ ਰੇਸ਼ੋ ਹੁੰਦੀ ਹੈ, ਕੀ ਹੁੰਦਾ ਰੇਸ਼ੋ ਕਿੰਨੀ ਆਊਗੀ 2:5। ਇਹਦਾ ਮਤਲਬ ਹੈ ਦੇਖੋ ਉਹਨੇ ਕਿੰਨਾ ਵੇਚਿਆ ਵਾ 2975 ਕਿਲੋ। ਸੋ ਇਹ ਕਹਿੰਦਾ ਕਿ ਅਗਰ 7 ਕਿਲੋ ਵੇਚਿਆ ਹੋਊਗਾ ਤਾਂ 2 ਕਿਲੋ ਇਹ ਵਾਲਾ ਹਿੱਸਾ, 5 ਕਿਲੋ ਆ ਵਾਲਾ ਹਿੱਸਾ। ਉਹਨੇ ਮੈਨੂੰ ਪੁੱਛਿਆ ਕਿ 56% ਤੇ ਕਿੰਨਾ ਵੇਚਿਆ ਵਾ, 56% ਤੇ ਕਿੰਨਾ ਵੇਚਿਆ ਵਾ, 5 ਹਿੱਸੇ ਵੇਚੇ ਆ, ਅਗਰ ਟੋਟਲ ਕਿੰਨੇ ਆ 7, 5 ਹਿੱਸੇ ਵੇਚੇ 7 ਚੋਂ, ਸੋ ਟੋਟਲ ਹੈ ਕਿੰਨਾ ਸੀਗਾ 2975। 7 ਦੇ 4 ਦੇ ਟੇਬਲ 'ਚ ਕਿੰਨਾ ਆ ਗਿਆ 28, ਬਚਿਆ ਕਿੰਨਾ 17, 2 ਦੇ ਟੇਬਲ 'ਚ ਕਿੰਨਾ ਆ ਗਿਆ 14, ਬਚਿਆ ਕਿੰਨਾ 3, 35, ਇਹ 5 ਆ ਗਿਆ। ਸੋ ਮੇਰਾ ਆਨਸਰ ਜਿਹੜਾ ਹੈ ਉਹ ਲਾਸਟ ਦੇ ਵਿੱਚ 5 ਆਪਸ਼ਨ ਹੋਣਾ ਚਾਹੀਦਾ ਵਾ, ਇਹ ਦੋਨੋਂ ਆਪਸ਼ਨ ਤਾਂ ਖਤਮ ਹੋ ਗਏ। ਠੀਕ ਹੈ ਜੀ। ਸੋ ਨੰਬਰ ਬੜੇ ਕਲੋਜ਼ ਹੈ, 2115 2175 ਕੈਲਕੂਲੇਟ ਕਰ ਲੈਂਦੇ ਆ। 5 ਨੂੰ ਜਦੋਂ 400 ਨਾਲ ਮਲਟੀਪਲਾਈ ਕਰਾਂਗੇ, ਧਿਆਨ ਨਾਲ ਸੁਣਿਓ, 5 ਨੂੰ ਜਦੋਂ 400 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆਊਗਾ 2000, 5 ਨੂੰ ਜਦੋਂ 25 ਨਾਲ ਕਰਾਂਗੇ ਤਾਂ ਕਿੰਨਾ ਆਊਗਾ 125। ਸਾਡਾ ਆਨਸਰ ਆ ਗਿਆ 2125। ਕਿੰਨਾ ਆ ਗਿਆ 2125, ਜੋ ਕਿ ਸਾਡੇ ਕੋਲ ਥਰਡ ਆਪਸ਼ਨ ਹੈ, ਇਹ ਵੀ ਨਹੀਂ ਹੋਊਗਾ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। नेक्स्ट क्वेश्चन है कि विपुल परचेज 10 kg ऑफ द राइस। सो विपुल ने 10 किलो राइस चावल खरीदे, झोना 37 रुपए किलो के हिसाब ਨਾਲ, 37 रुपए किलो के हिसाब ਨਾਲ अगर 10 किलो खरीदे तो किन्ने दे हो गए 370 रुपए दे, ते 30 किलो राइस उन्हें खरीदे, 30 किलो राइस उन्हें खरीदे किन्ने दे 46 दे, 46 रुपए किलो के हिसाब ਨਾਲ। सो 46 ਨੂੰ अगर मैं 3 ना करा, 50 ਨੂੰ 3 ਨਾ ਕਰਾਂਗੇ ਤਾਂ 150, ਇੱਕ ਦੇ ਪਿੱਛੇ 4 ਘੱਟ ਹੈ, ਦੇਖੋ 50 ਨੂੰ 3 ਨਾ ਕੀਤਾ, ਇੱਕ 50 ਦੇ ਪਿੱਛੇ ਕਿੰਨਾ ਘੱਟ ਹੈ 4, 3 ਦੇ ਪਿੱਛੇ ਕਿੰਨਾ ਘੱਟ ਹੋਊਗਾ 12। ਸੋ ਮੇਰੇ ਕੋਲ ਇੱਥੇ ਆ ਜਾਊਗਾ 138। 46 × 3 ਕਿੰਨਾ ਹੋ ਗਿਆ 138, ਤੇ ਇੱਥੇ 0 ਆ ਗਿਆ 1380। 1380 ਰੁਪਏ ਦੇ ਆ ਖਰੀਦੇ, ਤੇ ਉਹਨੇ ਵੇਚ ਦਿੱਤਾ ਮਿਕਸਚਰ। ਮਿਕਸਚਰ ਦਾ ਮਤਲਬ ਹੁੰਦਾ ਵਾ 40 ਕਿਲੋ, 40 ਕਿਲੋ ਉਹਨੇ ਵੇਚ ਦਿੱਤਾ ਕਿੰਨੇ ਦਾ, ਦੇਖੋ ਪਹਿਲਾਂ ਤਾਂ ਆਪਾਂ ਖਰੀਦਿਆ ਕਿੰਨੇ ਦਾ, ਸੋ 0 ਇੱਥੇ ਆ ਗਿਆ, 8 7 15 5 ਆ ਗਿਆ, 3 3 9 ਤੇ 1 10 ਆ ਗਿਆ 0, ਤੇ ਇੱਥੇ ਮੇਰੇ ਕੋਲ ਆ ਗਿਆ ਉਹਨੇ ਨਹੀਂ ਗੜਬੜ ਹੋ ਗਈ, 1300 ਤੇ 300 ਕਿੰਨੇ ਹੁੰਦੇ ਆ 1600, ਤੇ ਮੇਰੇ ਕੋਲ ਆ ਗਿਆ 1750। ਠੀਕ ਹੈ। ਤੇ ਉਹਨੇ ਵੇਚੇ ਕਿੰਨੇ ਦੇ, ਦੇਖੋ 43 ਰੁਪਏ 50 ਪੈਸੇ ਦੇ ਹਿਸਾਬ ਨਾਲ ਉਹਨੇ 40 ਕਿਲੋ ਵੇਚਦੇ। ਸੋ ਮੈਂ ਕੀ ਕਰੂੰਗਾ 4 ਨਾਲ ਮਲਟੀਪਲਾਈ ਕਰੀਏ, 5 4 20, 4 12 13 14, 4 4 16। ठीक है, एक डेसिमल अगर मैं डेसिमल लगा दा, बाद चो 40 ना मल्टीप्लाई करना 0 आ गया, तो मेरे को बेसिकली 1740 रुपए आ गए। 1750 वाली चीज़ खरीद के 1740 की वेचती, घाटा पै गया किन्ने दा 10 रुपए का, लॉस किन्ना वा 10 रुपीज़ का। सिंपल कैलकुलेशन है जो कि असी करवा रहा वा, कोई कॉन्सैप्ट यूज़ नहीं करवा रहा फिलहाल। ठीक है जी, चलो नैक्सट क्वेश्चन देखते हैं। क्वेश्चन रीड करो एक मिनट। पिछली 2 शिफ्ट के भी क्वेश्चन आया सी, लास्ट ईयर भी यही क्वेश्चन आया सी। की कहता पाया कि बैट्समैन इन हिज 12th इनिंग, 12वीं इनिंग के उन्हें 99 रन बनाए, तो वो जी एवरेज सी 1 रन तो वध गई। असी दसना वा कि 12 इनिंग्स तो बाद किन्नी एवरेज हो गई। देखो एवरेज वाला जो क्वेश्चन होंगे ना 70-80% एलीगेशन के नाल ही सॉल्व हो जाते, जिदा कि आप प्रॉफिट एंड लॉस का क्वेश्चन किया, आप देखना होंगे कि टोटल किनिया इनिंग्स है 12, ये अगर मैं 2 हिस्से करने हो तो मैं नज़र आ रहा है 11 इनिंग्स पहला हुई सी, 1 इनिंग की गल कर रहा वा। सो 11 इनिंग्स पहला हुई सी, 1 इनिंग्स हुण है, हुण वाली इनिंग्स के किन्ने रन बनाए 99, ये एवरेज लिखनी होंगी है। सो एक मैच का जिन्ने स्कोर बनाऊंगा उन्नी एवरेज, 11 मैचों की किन्नी इनिंग्स एवरेज सी मैनू नहीं पता, मैं मान लिया X। अगले एक मैच के 99 रन बनाना, वो एवरेज जी है वो 1 रन तो वध गई। कंबाइंड एवरेज 11 + 12 की एवरेज आप इत्थे लिखते हैं तो किन्नी होगी, ये तो 1 वध गई। असी हुण दसना वा कि 12वीं इनिंग्स तो बाद
ਕਿੰਨੀ ਐਵਰੇਜ ਆ, ਮਤਲਬ ਮੈਂ x+1 ਦੀ ਵੈਲਿਊ 11 + 1 12 ਦੀ ਵੈਲਿਊ ਇੱਥੇ ਲਿਖੀ ਹੋਈ ਹੈ, ਇਹ ਲਿਖਣੀ ਹੈ। ਹੁਣ ਦੇਖੋ 99 ਦੇ ਵਿੱਚੋਂ ਅਗਰ ਮੈਂ ਮਾਈਨਸ ਕਰੂੰਗਾ ਮੇਰੇ ਕੋਲ ਵੈਲਿਊ ਇੰਨੀ ਆਊਗੀ 99 - x - 1, ਇਹ ਆ ਗਈ 11 ਦੇ ਬਰਾਬਰ, ਤੇ ਇਹਦੇ ਵਿੱਚੋਂ ਇਹਨੂੰ ਮਾਈਨਸ ਕਰਾਂਗੇ ਤਾਂ ਵੈਲਿਊ ਆਊਗੀ x+1 - x ਦੀ ਵੈਲਿਊ ਕਿੰਨੀ ਆ ਗਈ 1। x ਨਾਲ x ਕੈਂਸਲ ਹੋ ਜਾਂਦਾ ਵਾ, 91 ਚੋਂ 1 ਗਏ 98, ਇੱਥੇ ਆ ਜਾਣਾ ਵਾ 98 - x, ਇੱਥੇ ਬਚੂਗਾ 1 ਨੂੰ 11 ਨਾਲ ਕਰਾਂਗੇ ਤਾਂ 11 ਹੀ ਆ ਜਾਊਗਾ। ਮੇਰਾ ਆਂਸਰ ਕੀ ਆਊਗਾ -x ਹੋ ਜਾ ਕੇ +x ਹੋ ਗਿਆ, 98 ਦੇ ਵਿੱਚੋਂ 11 ਘਟਾ ਦਿਓ, ਇੱਥੇ ਆ ਗਿਆ 7, ਇੱਥੇ ਕਿੰਨਾ ਆ ਗਿਆ 8। ਹੁਣ ਇਹ ਵੈਲਿਊ ਆਈ ਹੈ x ਦੀ, 11 ਇਨਿੰਗਸ ਦੀ ਐਵਰੇਜ ਕਿੰਨੀ ਹੈ, ਉਹਦੀ ਵੈਲਿਊ ਆ ਗਈ 87। ਉਹਨੇ ਪੁੱਛਿਆ 12ਵੀਂ ਇਨਿੰਗਸ ਤੋਂ ਬਾਅਦ, ਸੋ ਮੇਰਾ ਆਂਸਰ ਆਊਗਾ 88। 87 ਵੀ ਆਪਸ਼ਨ 'ਚ ਦਿੱਤਾ ਹੋਇਆ, ਉਹ ਗਲਤ ਆਂਸਰ ਹੈ। ਮੈਨੂੰ 12ਵੀਂ ਇਨਿੰਗਸ ਤੋਂ ਬਾਅਦ ਦੱਸਣੀ, 12ਵੀਂ ਇਨਿੰਗਸ ਤੋਂ ਬਾਅਦ ਐਵਰੇਜ ਜਿਹੜੀ ਹੈ x+1 ਹੈ, ਜੋ ਕਿ 88 ਹੋ ਜਾਊਗੀ। ਠੀਕ ਹੈ, ਇਹਦਾ ਇੱਕ ਹੋਰ ਟ੍ਰਿਕ ਹੁੰਦਾ ਬੜਾ ਈਜ਼ੀ ਜਿਹਾ, ਪਰ ਫਿਲਹਾਲ ਤੁਸੀਂ ਆਹੀ ਕਰੋ ਜਿਹੜਾ ਪ੍ਰੋਪਰ ਤਰੀਕਾ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਕਰਦੇ ਹਾਂ। ਮੋਹਨ ਬੋਰੋਡ ਅਮਾਊਂਟ, ਸਿੰਪਲ ਇੰਟਰਸਟ ਤੋਂ ਇੱਕ ਕੁਐਸਚਨ ਆਇਆ ਬੜਾ ਈਜ਼ੀ ਜਿਹਾ, ਕਹਿੰਦਾ ਕਿ ਮੋਹਨ ਨੇ 30,000 ਰੁਪਏ ਬੋਰੋ ਕੀਤਾ, ਪ੍ਰਿੰਸੀਪਲ ਕਿੰਨਾ ਆ ਗਿਆ 30,000 ਰੁਪਏ। ਸਿੰਪਲ ਇੰਟਰਸਟ ਦਾ ਕੁਐਸਚਨ ਹੈ, ਤੁਹਾਡੇ ਸਿਲੇਬਸ ਵੀ ਸਿੰਪਲ ਇੰਟਰਸਟ ਹੀ ਲਿਖਿਆ ਹੁੰਦਾ ਵਾ। ਕਹਿੰਦਾ ਐਟ ਅ ਸਿੰਪਲ ਇੰਟਰਸਟ ਫॉर 3 ਇਅਰਸ, ਟਾਈਮ ਕਿੰਨਾ ਵਾ 3 ਸਾਲ ਲਈ ਪੈਸਾ ਵਿਆਜ ਤੇ ਲਿਆ, ਤੇ ਉਹਨੇ 3 ਸਾਲ ਬਾਅਦ ਜਿਹੜਾ ਇੰਟਰਸਟ ਦਿੱਤਾ, ਸਿੰਪਲ ਇੰਟਰਸਟ ਦਿੱਤਾ, ਉਹ ਕਿੰਨਾ ਵਾ 5,000। ਇਹ 3 ਸਾਲ ਦਾ ਵਿਆਜ ਹੈ, ਅਸੀਂ ਦੱਸਣਾ ਵਾ, ਤੇ ਵਿਆਜ ਦਰ ਜਿਹੜੀ ਸੀਗੀ ਉਹ x% ਸੀਗੀ, ਅਸੀਂ ਦੱਸਣਾ x ਦੀ ਵੈਲਿਊ ਕਿੰਨੀ ਆ। ਜਿਹੜਾ x% ਹੁੰਦਾ ਨਾ, ਦੇਖੋ ਲਿਖਿਆ x% ਪਰ ਐਨਮ, ਅਸੀਂ ਦੇਖਣਾ ਹੁੰਦਾ ਕਿ ਸਾਲ ਬਾਅਦ ਕਿੰਨਾ ਵਿਆਜ ਮਿਲਿਆ। ਰੇਟ ਆਫ ਇੰਟਰਸਟ ਅਗਰ 15% ਹੈ ਤਾਂ 15% ਸਾਲ ਦਾ। ਠੀਕ ਹੈ, ਤਾਂ ਹੁਣ ਇੱਥੇ ਵਿਆਜ ਤਾਂ 3 ਸਾਲ ਦਾ ਦਿੱਤਾ ਹੋਇਆ ਵਾ, ਅਗਰ ਮੈਂ ਤੁਹਾਨੂੰ ਪੁੱਛੂੰ ਵਿਆਜ 1 ਸਾਲ ਦਾ ਕਿੰਨਾ ਵਾ, ਇੰਨਾ 1 ਸਾਲ ਦਾ ਵਿਆਜ ਜਿਹੜਾ ਹੁੰਦਾ ਵਾ ਉਹੀ ਰੇਟ ਆਫ ਇੰਟਰਸਟ ਨਿਕਾਲਣ ਦੇ ਕੰਮ ਆਉਂਦਾ ਵਾ, ਕਿਉਂਕਿ ਰੇਟ ਆਫ ਇੰਟਰਸਟ ਜਿਹੜਾ ਹੁੰਦਾ ਉਹ ਸਾਲ ਦੇ ਵਿਆਜ ਦੇ ਉੱਤੇ ਦੇਖਿਆ ਜਾਂਦਾ ਵਾ। ਸੋ ਵਿਆਜ ਕਿੰਨਾ ਵਾ 5,000/3, ਤੇ ਵਿਆਜ ਕਿਹਦੇ ਤੇ ਆ, ਪ੍ਰਿੰਸੀਪਲ ਤੇ। ਪ੍ਰਿੰਸੀਪਲ ਲਿਖ ਲਓ ਇੱਥੇ 30,000, ਤਾਂ ਕਿਉਂਕਿ ਮੈਂ ਪਰਸੈਂਟੇਜ ਦੱਸਣੀ ਹੈ ਤਾਂ ਇਹਨੂੰ ਆਪਾਂ 100 ਨਾਲ ਮਲਟੀਪਲਾਈ ਕਰ ਸਕਦੇ ਹਾਂ। 100 ਨਾਲ ਮਲਟੀਪਲਾਈ ਕਰਨਾ ਕਿ ਨਹੀਂ ਕਰਨਾ ਲਾਸਟ ਦੇਖਾਂਗੇ। ਧਿਆਨ ਨਾਲ ਦੇਖੋ, 1 2 3 1 2 3, 5 ਦੇ 1 ਦੇ ਟੇਬਲ 'ਚ, 5 ਦੇ 6 ਦੇ ਟੇਬਲ 'ਚ, ਉੱਪਰ ਰਹਿ ਗਿਆ 1, ਨੀਚੇ ਰਹਿ ਗਿਆ 18। ਸੋ ਮੈਂ ਬਾਰ-ਬਾਰ ਦੱਸਦਾ ਹੁੰਦਾ ਬੱਚਿਆਂ ਨੂੰ, ਅਸੀਂ ਕਰਵਾਈ ਦਾ ਸਟਾਰਟਿੰਗ ਦੇ ਵਿੱਚ ਫਰੈਕਸ਼ਨਸ 1/1 ਤੋਂ ਲੈ ਕੇ 1/20 ਤੱਕ ਦੀ ਫਰੈਕਸ਼ਨ, ਅਗਰ ਤੁਹਾਨੂੰ ਪਤਾ ਵਾ ਤੁਹਾਨੂੰ ਪਰਸੈਂਟੇਜ ਆਪਣੇ ਆਪ ਪਤਾ ਲੱਗ ਜਾਊਗੀ। ਜਿਹੜੀ 1/18 ਦੀ ਫਰੈਕਸ਼ਨ ਦੀ ਪਰਸੈਂਟੇਜ ਹੁੰਦੀ ਹੈ, ਉਹ ਹੁੰਦੀ ਹੈ 5.55 ਜਾਂ 5.56, ਜੋ ਕਿ ਪਹਿਲਾ ਆਪਸ਼ਨ ਹੈ। ਮੈਨੂੰ ਕੋਈ ਕੈਲਕੂਲੇਸ਼ਨ ਕਰਨ ਦੀ ਲੋੜ ਨਹੀਂ। ਦੇਖੋ ਇੱਥੇ ਤਾਂ 5 ਵਾਲਾ ਹੋਰ ਕੋਈ ਆਪਸ਼ਨ ਵੀ ਨਹੀਂ ਹੈ। 1/17, 1/18 ਤੇ 1/19, ਇਹ ਤਿੰਨਾਂ ਦੀ ਪਰਸੈਂਟੇਜ ਜਿਹੜੀ ਹੈ ਉਹ 5 ਪੁਆਇੰਟ ਸਮਥਿੰਗ ਹੀ ਹੁੰਦੀ ਹੈ। ਇਹਦੀ 88 ਹੁੰਦੀ ਹੈ, ਇਹਦੀ ਇਹਨੇ 56 ਲਿਖੀ ਹੈ, ਇੱਥੇ ਹੁੰਦੀ ਹੈ 26। ਸੋ ਅਗਰ ਇਹ ਤਿੰਨਾਂ 'ਚ ਕੋਈ ਵੀ ਫਰੈਕਸ਼ਨ ਆ ਗਈ ਤਾਂ ਮੇਰਾ ਆਂਸਰ 5 ਪੁਆਇੰਟ ਸਮਥਿੰਗ ਹੈ। ਜਦੋਂ 1/18 ਆਇਆ ਤਾਂ ਮੈਂ ਆਪਸ਼ਨ ਚੈੱਕ ਕੀਤੇ 5 ਪੁਆਇੰਟ ਸਮਥਿੰਗ ਵਾਲੇ, 5 ਪੁਆਇੰਟ ਸਮਥਿੰਗ ਵਾਲਾ ਇੱਕੋ ਹੀ ਆਪਸ਼ਨ ਹੈ, ਬਸ ਉਹੀ ਆਪਾਂ ਟਿਕ ਕਰਾਂਗੇ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਜਿਹੜਾ ਇਸ ਵਾਰ ਕੰਪਰੀਹੈਂਸ਼ਨ ਵਾਲਾ ਕੁਐਸਚਨ ਆਇਆ ਹੈ, ਉਹ 'ਚ 3 ਕੁਐਸਚਨ ਇੱਕੋ ਹੀ ਕੰਪਰੀਹੈਂਸ਼ਨ ਸੀ। ਪਹਿਲੇ 2 ਸੈੱਟ ਦੇ ਵਿੱਚ ਕੰਪੈਰੇਟਿਵਲੀ ਬਹੁਤ ਈਜ਼ੀ ਕਨਸੈਪਟ ਸੀਗਾ, ਇਹਦੇ ਵਿੱਚ ਵੀ ਹੈ ਈਜ਼ੀ, ਪਰ ਅਗਰ ਤੁਹਾਨੂੰ ਕਨਸੈਪਟ ਸਮਝ ਆ ਜਾਏ ਤਾਂ ਟਾਈਮ ਐਂਡ ਵਰਕ ਦਾ ਕਨਸੈਪਟ ਯੂਜ਼ ਕੀਤਾ ਹੋਇਆ ਵਾ। ਸੋ ਤੁਹਾਨੂੰ ਮੈਂ ਦੱਸਦਾ ਕਿ ਕਨਸੈਪਟ ਬਣਾਉਣਾ ਕਿੱਦਾਂ ਵਾ, ਧਿਆਨ ਨਾਲ ਪੜ੍ਹੋ। ਕਹਿੰਦਾ ਰੀਡ ਦਾ ਇਨਫੋਰਮੇਸ਼ਨ, ਅ ਫੈਕਟਰੀ ਪ੍ਰੋਡਿਊਸਿਸ ਦਾ ਕਸਟਮ ਵੁਡਨ ਟॉयਜ਼। ਇੱਕ ਫੈਕਟਰੀ ਸੀਗੀ, ਉਹ ਟॉयਜ਼ ਪ੍ਰੋਡਿਊਸ ਕਰਦੀ ਹੈ, ਐਂਡ ਦਾ ਪ੍ਰੋਡਕਸ਼ਨ ਪ੍ਰੋਸੈਸ ਇਨਵੋਲਵਸ ਦਾ ਵਰਕਰਸ ਐਂਡ ਮਸ਼ੀਨਸ। ਪ੍ਰੋਡਕਸ਼ਨ ਲਈ ਦੇਖੋ ਕੋਈ ਵੀ ਕੰਪਨੀ ਖੋਲਦੇ ਆਪਾਂ ਦੇਖਦੇ ਖਰਚਾ ਕਿੱਦਾਂ ਹੋਊਗਾ। ਹੁਣ ਇਹ ਟॉय ਬਣਾ ਰਹੀ ਹੈ ਤਾਂ ਜਾਂ ਤਾਂ ਮੈਨੂੰ ਵਰਕਰ ਚਾਹੀਦੇ ਆ ਤੇ ਜਾਂ ਮਸ਼ੀਨਾਂ ਚਾਹੀਦੀਆਂ ਵਾ, ਤੇ ਸਾਡਾ ਖਰਚਾ ਵੀ ਇਹਨਾਂ ਤੇ ਡਿਪੈਂਡੈਂਟ ਹੈ। ਦਾ ਨੰਬਰ ਆਫ ਟॉयਜ਼ ਪ੍ਰੋਡਿਊਸ, ਜਿਹੜੇ ਟॉयਜ਼ ਪ੍ਰੋਡਿਊਸ ਹੋ ਰਹੇ ਆ, ਕਹਿੰਦਾ ਡਾਇਰੈਕਟਲੀ ਉਹਦੀ ਵੇਰੀਏਸ਼ਨ ਹੈ ਕਿਹਦੀ, ਨੰਬਰ ਆਫ ਵਰਕਰਸ ਦੇ ਨਾਲ। ਇਹਦਾ ਮਤਲਬ ਹੁੰਦਾ ਵਾ ਕਿ ਅਗਰ ਨੰਬਰ ਆਫ ਵਰਕਰਸ ਜ਼ਿਆਦਾ ਹੋਣਗੇ ਤਾਂ ਟॉयਜ਼ ਵੀ ਜ਼ਿਆਦਾ ਪ੍ਰੋਡਿਊਸ ਹੋਣਗੇ। ਐਂਡ ਇਨਵਰਸਲੀ ਵਿਦ ਟਾਈਮ, ਇਹ ਟॉयਜ਼ ਹੈ, ਟॉयਜ਼ ਦੀ ਵੈਲਿਊ ਹੈ ਇਨਵਰਸਲੀ ਵਿਦ ਟਾਈਮ, ਇੱਥੇ ਆ ਗਿਆ ਟਾਈਮ। ਠੀਕ ਹੈ ਜੀ, ਇਹ ਇਨਵਰਸਲੀ ਪ੍ਰੋਪੋਰਸ਼ਨਲ ਹੈ। ਹੁਣ ਧਿਆਨ ਨਾਲ ਦੇਖੋ, ਅਗਰ ਮੈਂ ਦੇਖਾਂ, ਅਗਰ ਇਹਨੂੰ ਮੈਂ ਓਪਨ ਕਰਕੇ ਲਿਖਾਂ ਤਾਂ ਜਿਹੜੇ ਟॉयਜ਼ ਹੈ ਇਹਦੀ ਵੈਲਿਊ ਕਿਹਦੇ ਬਰਾਬਰ ਹੈ, ਇੱਥੇ ਵਰਕਰਸ ਦੇ ਬਰਾਬਰ ਹੈ, ਤੇ ਇੱਥੇ ਕਿਹਦੇ ਬਰਾਬਰ ਹੈ, ਟਾਈਮ ਦੇ ਬਰਾਬਰ, ਵਰਕਰਸ ਅਪੋਨ ਟਾਈਮ ਦੇ ਬਰਾਬਰ ਹੈ। ਠੀਕ ਹੈ, ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ, ਸਪੀਡ ਡਿਸਟੈਂਸ ਟਾਈਮ ਦੇ ਚੈਪਟਰ 'ਚ ਕੀ ਹੁੰਦਾ, ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ, ਇੱਦਾਂ ਹੀ ਬਣਦਾ ਵਾ।
ਹੁਣ ਅਗਰ ਮੈਂ ਸਾਰਿਆਂ ਨੂੰ ਇੱਕ ਜਗ੍ਹਾ ਲੈ ਆਵਾਂ, ਦੇਖੋ ਧਿਆਨ ਨਾਲ, ਇਹ ਟਾਈਮ ਇੱਥੇ ਹੈ, ਸਪੀਡ ਇਨਟੂ ਟਾਈਮ, ਡਿਸਟੈਂਸ ਨੀਚੇ ਲੈ ਆਵਾਂ ਤਾਂ ਇੱਥੇ ਕੀ ਰਹਿ ਗਿਆ 1। ਇਹ ਮੇਰੇ ਕੋਲ ਇੱਕ ਕੰਪੈਰੀਜ਼ਨ ਲਈ, ਜਿੱਦਾਂ ਕਿ ਤੁਸੀਂ ਟਾਈਮ ਐਂਡ ਵਰਕ 'ਚ ਦੇਖਿਆ ਹੋਣਾ ਵਾ ਕਿ 10 ਬੰਦੇ 10 ਦਿਨਾਂ 'ਚ ਇੰਨਾ ਕੰਮ ਕਰਦੇ ਹੋ। ਆਪਾਂ ਕਿੱਦਾਂ ਦੇਖਦੇ ਹਾਂ, M1 D1 T1 ਇੱਦਾਂ ਬਣਾਉਂਦੇ ਹਾਂ, M2 D2 T2। ਇੱਦਾਂ ਹੀ ਇੱਕ ਇਕੁਏਸ਼ਨ ਬਣ ਗਈ, ਇੱਥੇ W1 ਵੀ ਲਿਖੀ ਦਾ ਵਾ। ਇੱਦਾਂ ਹੀ ਸਾਡੇ ਕੋਲ ਇਕੁਏਸ਼ਨ ਬਣ ਗਈ ਆਹ ਵਾਲੀ, ਕਿਹੜੀ, ਟॉयज ਇਕੁਅਲ ਟੂ ਵਰਕ ਪਲੱਸ ਟਾਈਮ। ਇਹਨੂੰ ਮੈਂ ਇੱਦਾਂ ਲਿਖ ਸਕਦਾ ਵਾਂ, ਟॉयज ਨੂੰ TO ਲਿਖ ਦਿੰਦਾ, ਇਹ ਹੋ ਗਿਆ ਟਾਈਮ, ਇਹ ਉੱਪਰ ਚਲੇ ਗਿਆ ਤੇ ਇੱਥੇ ਕਿੰਨਾ ਆ ਗਿਆ W। ਇਹ ਇਕੁਏਸ਼ਨ ਬਣ ਗਈ ਮੇਰੇ ਕੋਲ। ਤੁਸੀਂ ਕੀ ਯਾਦ ਰੱਖਣਾ ਹੁੰਦਾ ਇੱਧਰ ਕਿਸੇ 'ਚ, ਕਿ ਵਰਕਰ ਨੀਚੇ ਆਊਗਾ ਡਿਨੋਮੀਨੇਟਰ 'ਚ, ਬਾਕੀ ਦੋ ਨੰਬਰ ਵੇਰੀਏਬਲ ਜਿਹੜੇ ਆ ਉੱਪਰ ਆਉਂਗੇ। ਹੁਣ ਅਸੀਂ ਕੁਐਸਚਨ ਰੀਡ ਕਰਦੇ ਹਾਂ, ਇਹ ਮੈਂ ਇੱਥੋਂ ਦੀ ਇੱਕ ਵਾਰ ਰਬ ਕਰ ਦਿੰਦਾ। ਕੁਐਸਚਨ ਕਹਿ ਰਿਹਾ ਵਾ ਕਿ ਇੱਕ ਟॉय ਨੂੰ ਪ੍ਰੋਡਿਊਸ ਕਰਨ ਦੀ ਜਿਹੜੀ ਕਾਸਟਿੰਗ ਹੈ ਉਹ 15 ਰੁਪਏ ਹੈ। 8 ਵਰਕਰ ਪ੍ਰੋਡਿਊਸ ਕਰ ਰਹੇ ਆ ਟॉयज 9 ਘੰਟੇ ਲਈ। ਦੱਸੋ ਟॉयज ਦਾ ਪ੍ਰਾਈਸ ਕਿੰਨਾ, ਵਟ ਇਜ਼ ਦ ਟੋਟਲ ਕਾਸਟ ਆਫ ਪ੍ਰੋਡਕਸ਼ਨ, ਕਿੰਨੇ ਦੀ ਪ੍ਰੋਡਕਸ਼ਨ ਹੋਊਗੀ। ਹੁਣ ਇੱਕ ਡਾਟਾ ਨਾ ਤੁਹਾਨੂੰ ਸਟਾਰਟਿੰਗ 'ਚ ਵੀ ਦਿੱਤਾ ਹੋਇਆ ਇੱਥੇ, ਉਹ ਕਹਿੰਦਾ ਵਾ ਕਿ 6 ਵਰਕਰ 360 ਟॉयज ਬਣਾਉਂਦੇ ਆ 12 ਘੰਟਿਆਂ 'ਚ। ਇਹ ਇੰਪੋਰਟੈਂਟ ਡਾਟਾ ਹੈ ਜਿਹੜਾ ਕਿ ਸਾਨੂੰ ਕੁਐਸਚਨ 'ਚ ਦਿੱਤਾ। ਹੁਣ ਇਹਨੂੰ ਅਗਰ ਮੈਂ ਇਸੀ ਫਾਰਮ 'ਚ ਲਿਖਣਾ ਹੋਵੇ, ਵਰਕਰ ਕਿੰਨੇ ਆ ਸਾਡੇ ਕੋਲ, 6 ਵਰਕਰ ਹੈ, ਤਾਂ ਮੈਂ ਲਿਖ ਸਕਦਾ ਕਿ 6 ਵਰਕਰ, ਬਾਕੀ ਦੋਨੋਂ ਵੇਰੀਏਬਲ ਉੱਪਰ ਆਣੇ ਆ, ਟॉयज ਕਿੰਨੇ ਆ 360 ਤੇ ਆਰਸ ਕਿੰਨੇ ਆ 12। ਠੀਕ ਹੈ, ਇੱਕ ਸਾਈਡ ਹੋ ਗਿਆ। ਦੂਜੀ ਸਾਈਡ ਤੇ ਉਹ ਮੈਨੂੰ ਕਹਿ ਰਿਹਾ ਵਾ ਕਿ ਦੱਸੋ 8 ਵਰਕਰ ਡਿਨੋਮੀਨੇਟਰ 'ਚ ਲਿਖ ਦਾਂਗੇ 8 ਵਰਕਰ, ਟਾਈਮ ਕਿੰਨਾ ਕਹਿ ਰਿਹਾ 9 ਘੰਟੇ, ਤਾਂ ਮੈਂ ਦੱਸਣਾ ਵਾ ਕਿ ਟॉयज ਕਿੰਨੇ ਬਣੂਗੇ। ਜਿੰਨੇ ਟॉयज ਬਣੂਗੇ ਉਹਨੂੰ 15 ਨਾਲ ਮਲਟੀਪਲਾਈ ਕਰਾਂਗੇ। ਇੱਕ ਟॉय 15 ਦਾ ਵਾ ਤਾਂ ਮੈਨੂੰ ਆ ਜਾਊਗਾ ਕਿੰਨਾ ਕਾਸਟ ਲੱਗੀ ਹੈ। ਸੋ ਇੱਥੇ ਟੀ ਦੀ ਵੈਲਿਊ ਨਿਕਾਲਣੀ, ਧਿਆਨ ਨਾਲ ਦੇਖੋ। 6 ਦੇ ਟੇਬਲ 'ਚ ਦੇਖਾਂਗੇ ਤਾਂ ਇੱਥੇ 2 ਆ ਗਿਆ। ਹੁਣ 9 ਦੇ ਟੇਬਲ 'ਚ ਦੇਖਾਂਗੇ ਤਾਂ 9 4 36 40 ਆ ਗਿਆ। ਹੁਣ ਇੱਥੇ ਕਿੰਨਾ ਆ ਗਿਆ 8 ਤੇ 8 ਕਿੰਨਾ ਹੁੰਦਾ 64। ਇਹਦਾ ਮਤਲਬ 640 ਟॉयज ਬਣੇ। ਕਿੰਨੇ ਟॉयज ਬਣ ਗਏ 640 ਟॉयज। 640 ਟॉयज ਬਣੇ, ਹਰ ਟॉय ਦੀ ਵੈਲਿਊ 15 ਰੁਪਏ ਹੈ। ਤਾਂ 640 ਨੂੰ ਜਦੋਂ ਮੈਂ 10 ਨਾ ਕਰੂੰਗਾ ਤਾਂ ਕਿੰਨਾ ਆਊਗਾ 6400। 640 ਨਾਲ 5 ਨਾ ਕਰਾਂਗੇ ਤਾਂ ਕਿੰਨਾ ਆਊਗਾ 3200। ਸਾਡੀ ਕਾਸਟਿੰਗ ਆ ਗਈ 9600। ਕਿੰਨੀ ਕਾਸਟਿੰਗ ਆ ਗਈ 9600। ਮੋਸਟਲੀ ਬੱਚੇ ਇਹ ਕੁਐਸਚਨ ਗਲਤ ਕਰਕੇ ਆਏ ਆ। ਠੀਕ ਹੈ, 3 ਕੁਐਸਚਨ ਹੈ, ਜਿਹਦਾ ਇੱਕ ਕੁਐਸਚਨ ਕੀਤਾ ਵਾ, ਕਨਸੈਪਟ ਸੇਮ ਹੈ, ਵੈਲਿਊ ਸੇਮ ਹੈ। ਠੀਕ ਹੈ, ਇਹ ਕੁਐਸਚਨ ਮੋਸਟਲੀ ਬੱਚੇ ਗਲਤ ਕਰਕੇ ਆਏ ਆ। ਟਾਈਮ ਐਂਡ ਵਰਕ ਦਾ ਕਨਸੈਪਟ ਹੀ ਆਉਣਾ ਵਾ ਇਹਦੇ ਵਿੱਚ। ਠੀਕ ਹੈ ਜੀ, ਇਹ ਆ ਗਿਆ 9600। ਹੁਣ ਅਗਲਾ ਕੁਐਸਚਨ ਦੇਖਦੇ ਹਾਂ, ਸੇਮ ਕਨਸੈਪਟ ਹੈ, ਸੇਮ ਉਹੀ ਚੀਜ਼ ਹੈ। ਕੁਐਸਚਨ 'ਚ 6 ਵਰਕਰ 360 ਟॉयज 12 ਘੰਟੇ। ਕਹਿੰਦਾ ਇਫ ਦਾ ਵਰਕਰ ਪ੍ਰੋਡਿਊਸ 360 ਟॉयज ਇਨ 12 ਆਵਰਸ। ਇਹ ਕੁਐਸਚਨ 'ਚ ਦਿੱਤਾ ਹੋਇਆ ਵਾ। ਠੀਕ ਹੈ, ਹੁਣ ਆਪਾਂ ਲਿਖ ਦਿੰਦੇ ਹਾਂ 360 ਟॉयज ਇਨ 12 ਆਵਰਸ। ਇਹ ਦੋਨੋਂ ਵੇਰੀਏਬਲ ਉੱਪਰ ਆਣੇ ਸੀ, ਵਰਕਰ ਨੀਚੇ ਆਣੇ ਆ। ਹਾਊ ਮੈਨੀ ਟॉयज, ਉਹ ਕਹਿੰਦਾ ਹਾਊ ਮੈਨੀ ਟॉयज ਵਿਲ ਦੇ ਪ੍ਰੋਡਿਊਸ ਇਨ 9 ਆਵਰਸ। 9 ਘੰਟਿਆਂ 'ਚ ਕਿੰਨੇ ਟॉय। ਸੋ ਇਹ 9 ਦੇ ਟੇਬਲ 'ਚ ਕੱਟਾਂਗੇ, 9 4 36 40 ਆ ਗਿਆ। 12 ਨੂੰ 4 ਨਾ ਕਰਾਂਗੇ ਤਾਂ ਕਿੰਨਾ ਹੁੰਦਾ ਵਾ 48। 12 4 48 ਤੇ 0 ਆ ਗਿਆ 480। ਸੋ ਮੇਰਾ ਆਨਸਰ ਕਿੰਨਾ ਆ ਗਿਆ 480। ਠੀਕ ਹੈ ਜੀ, ਇੱਕ ਵਾਰ ਕੁਐਸਚਨ ਸਮਝ ਆ ਗਿਆ, ਉਸ ਤੋਂ ਬਾਅਦ ਕੀ ਹੈ, ਈਜ਼ੀ ਹੈ ਸਾਰਾ ਕੰਪਰੀਹੈਂਸ਼ਨ। ਇਹਦੇ ਵਿੱਚ ਹੀ ਅਗਲਾ ਕੁਐਸਚਨ ਕੀ ਕਹਿ ਰਿਹਾ ਵਾ, ਕਹਿੰਦਾ ਹਾਊ ਮੈਨੀ ਟॉयज। ਸੋ ਇੱਥੇ ਲਿਖੋ ਟॉयज ਕੈਨ 8 ਵਰਕਰਸ ਕਿੱਥੇ ਆਣਾ ਡਿਨੋਮੀਨੇਟਰ ਦੇ ਵਿੱਚ, ਪ੍ਰੋਡਿਊਸ ਇਨ 12 ਆਵਰਸ ਅਸਿਊਮਿੰਗ ਦਾ ਡਾਇਰੈਕਟ ਵੇਰੀਏਸ਼ਨ ਵਿਦ ਟਾਈਮ ਐਂਡ ਵਰਕਰ। ਇੱਥੋਂ ਦੀ ਆਪਾਂ ਅਸਿਊਮ ਕਰਨਾ ਵਾ। ਟॉयज ਕਿੰਨੇ ਆ 360 ਟॉयज ਹੈ, ਟਾਈਮ ਕਿੰਨਾ ਵਾ 12 ਘੰਟੇ ਤੇ 6 ਵਰਕਰ ਸੀਗੇ ਨਾ। ਹੁਣ ਧਿਆਨ ਨਾਲ ਦੇਖੋ, 12 ਦੇ ਨਾਲ 12 ਕੈਂਸਲ ਕਰ ਦਈਏ, 6 ਦੇ ਨਾਲ ਇਹਨੂੰ ਕਰੂੰਗਾ ਤਾਂ ਕਿੰਨਾ ਆ ਗਿਆ 60। 8 ਨੂੰ 6 ਨਾ ਕਰਾਂਗੇ ਤਾਂ 48। ਇੱਥੇ ਆ ਗਏ 480 ਟॉयज। ਕਿੰਨੇ ਆ ਗਏ 480 ਟॉयज। ਸਾਡਾ ਆਨਸਰ ਕਿੰਨਾ ਆਊਗਾ ਸੈਕਿੰਡ ਆਪਸ਼ਨ। ਠੀਕ ਹੈ, ਬਸ ਤੁਸੀਂ ਰਿਲੇਸ਼ਨਸ਼ਿਪ ਡਿਵੈਲਪ ਕਰਨੀ ਸੀ, ਇੱਕ ਵਾਰ ਉਹ ਡਿਵੈਲਪ ਹੋ ਗਈ, ਉਸ ਤੋਂ ਬਾਅਦ ਸਾਡੇ ਆਨਸਰ ਜੋ ਹੈ ਈਜ਼ੀ ਹੋਊਗਾ। ਲਾਸਟ ਦੇ 2 ਕੁਐਸਚਨ ਹੈ ਜਿਹੜੇ ਮੈਂ ਕਹਿੰਦਾ ਕੈਲਕੂਲੇਟਿਵ ਹੈ ਥੋੜੇ ਜਿਹੇ। ਹਾਲਾਂਕਿ ਇਸ ਵਾਲੇ ਸ਼ਿਫਟ ਦੇ ਵਿੱਚ ਇਹ ਵੀ ਕੁਐਸਚਨ ਠੀਕ ਹੈ, ਜ਼ਿਆਦਾ ਔਖੇ ਨਹੀਂ ਹੈਗੇ। ਉਹ ਕਹਿ ਰਿਹਾ ਕਿ ਦ ਪ੍ਰਾਈਸ, ਪਹਿਲਾਂ ਵੀ ਕੀਤਾ ਵਾ ਕੁਐਸਚਨ ਪਹਿਲੀ 2 ਸ਼ਿਫਟਾਂ ਦੇ ਵਿੱਚ, ਪ੍ਰਾਈਸ ਆਫ ਦਾ ਫਿਊਲ ਡਿਕਰੀਜ਼ਸ ਬਾਈ 20%। ਦੇਖੋ ਅਗਰ ਕਿਸੇ ਫਿਊਲ ਦਾ ਪ੍ਰਾਈਸ 20% ਘਟ ਜਾਵੇਗਾ, ਤੁਹਾਨੂੰ ਡਿਸਕਾਊਂਟ ਮਿਲ ਜਾਏ 20% ਦਾ, ਤਾਂ ਅਸੀਂ ਕਿੰਨੇ ਪੈਸੇ ਦੇ ਕੇ ਆਨੇ, ਬਾਕੀ ਦੇ 80%। ਸੋ ਅਗਰ 20% ਡਿਸਕਾਊਂਟ ਹੋ ਗਿਆ ਤਾਂ ਬਚਿਆ ਕਿੰਨਾ 80%। 80% ਨੂੰ ਆਪਾਂ ਫ੍ਰੈਕਸ਼ਨ 'ਚ ਲਿਖਦੇ ਹਾਂ 4/5। ਫਿਰ ਕੋਈ ਨੰਬਰ ਅਗਰ 15% ਤੋਂ ਡਿਕਰੀਜ਼ ਕਰ ਜਾਏ ਤਾਂ ਉਹ ਬਚ ਜਾਂਦਾ ਵਾ 85%। ਕਿੰਨਾ ਬਚ ਜਾਂਦਾ 85%। 85% ਨੂੰ ਅਸੀਂ ਲਿਖੀਦਾ ਵਾ 17/20। ਠੀਕ ਹੈ, 85/100। 5 ਦੇ ਟੇਬਲ ਦੇ ਵਿੱਚ ਇੱਥੇ ਹਮੇਸ਼ਾ 20 ਦੇ ਨਾਲ ਕਟਿੰਗ ਹੁੰਦੀ ਹੈ, ਇਸ ਲਈ 20 ਲਿਖਣਾ ਹੈ। ਉੱਪਰ 5 ਦੇ ਟੇਬਲ ਦੇ ਵਿੱਚ ਕਿੰਨਾ ਮਲਟੀਪਲ ਘੱਟ ਹੈ 15। 5 ਦਾ ਤੀਸਰਾ ਮਲਟੀਪਲ, ਤਾਂ 20 ਚੋਂ 3 ਘਟਾ ਕੇ ਲਿਖਤਾ 17। ਫਿਰ ਹੈ ਸਾਡੇ ਕੋਲ 40%। 40% ਅਗਰ ਕੋਈ ਨੰਬਰ ਡਿਕਰੀਜ਼ ਕਰੂੰਗਾ ਤਾਂ 60% ਰਹਿ ਜਾਊਗਾ। 60 ਦਾ ਮਤਲਬ ਹੁੰਦਾ ਵਾ 3/5।
1/5 20%, 60 ਹੋਊਗਾ 3/5। ਕਹਿੰਦਾ 3 ਵਾਰ ਤਾਂ ਪ੍ਰਾਈਸ ਡਿੱਗਿਆ ਬਟ ਇਨਕਰੀਜ਼ਸ ਬਾਈ 55%। ਜਦੋਂ ਕੋਈ ਨੰਬਰ 55% ਤੋਂ ਵੱਧਦਾ ਵਾ ਤਾਂ ਉਹ 155% ਹੋ ਜਾਂਦਾ। ਹੁਣ ਇਹ 5 ਦੇ ਮਲਟੀਪਲ ਦੇ ਨਾਲ ਹੀ ਹੈ। 5 ਦੇ ਮਲਟੀਪਲ ਦਾ ਮਤਲਬ ਕੀ ਹੈ ਕਿ ਇੱਥੇ ਤਾਂ 100 ਹੀ ਆਊਗਾ, ਇੱਥੇ ਤਾਂ 20 ਹੀ ਆਊਗਾ। ਹੁਣ ਉੱਪਰ ਨੰਬਰ ਕੀ ਆਊਗਾ, ਦੇਖੋ ਉੱਪਰ 100 ਤਾਂ ਲਿਖਿਆ ਹੀ ਹੋਇਆ ਵਾ, ਉੱਪਰ ਕੀ ਹੈ 100 ਤਾਂ ਹੈ, 155 ਹੈ, ਇਹਦੀ ਜਗ੍ਹਾ ਤੇ ਤਾਂ 20 ਲਿਖ ਦਾਂਗੇ। ਇਹ 5 ਦਾ ਕਿਹੜਾ ਟੇਬਲ ਆਉਂਦਾ 11 ਦਾ, ਸੋ ਮੈਂ ਇੱਥੇ ਲਿਖੂੰਗਾ ਟੋਟਲ 31। ਕੀ ਲਿਖਾਂਗੇ 31। 155 ਦੀ ਵੈਲਿਊ ਹੁੰਦੀ 31। ਹੁਣ ਇਹਦੇ ਵਿੱਚੋਂ ਮੈਨੂੰ ਦੱਸਣਾ ਵਾ ਉਹਨਾਂ ਨੂੰ ਕਿ ਫਸਟ ਮੰਥ ਤੋਂ ਲੈ ਕੇ ਲਾਸਟ ਮੰਥ ਦੇ ਵਿੱਚ ਕਿੰਨਾ ਪਰਸੈਂਟੇਜ ਇਨਕਰੀਜ਼ ਦਾ ਡਿਕਰੀਜ਼ ਹੋਇਆ ਵਾ, ਕਿੰਨਾ ਪਰਸੈਂਟੇਜ ਇਨਕਰੀਜ਼ ਜਾਂ ਡਿਕਰੀਜ਼ ਹੋਇਆ। ਹੁਣ ਧਿਆਨ ਨਾਲ ਦੇਖੋ 5 2 10 और एक 0 100 ਇੱਥੇ ਆ ਗਿਆ, 5 2 10 100। ਇਹਦਾ ਮਤਲਬ ਕੀ ਹੈ ਨੀਚੇ ਆ ਗਿਆ ਮੇਰੇ ਕੋ 10,000 ਵੈਲਿਊ। ਉੱਪਰ ਵੈਲਿਊ ਕਿੰਨੀ ਆਊਗੀ ਦੇਖੋ 17 into 3 ਹੁੰਦਾ 51। 51 ਨੂੰ ਅਗਰ ਮੈਂ 4 ਨਾ ਕਰੂੰਗਾ, 50 ਨੂੰ 4 ਨਾ ਕਰੋ ਤੇ 200 ਆਉਂਦਾ ਵਾ, 4 ਨੂੰ 1 ਨਾ ਕਰਾਂਗੇ ਤਾਂ 4, ਇੱਥੇ ਮੇਰੇ ਕੋ ਆ ਗਿਆ 204। 204 ਨੂੰ ਕਰਨਾ ਵਾ 31 ਨਾਲ ਮਲਟੀਪਲਾਈ। ਅਗਰ ਇੱਥੇ 1 ਲਿਖਿਆ ਹੋਵੇ ਤਾਂ ਉੱਪਰ ਵਾਲਾ ਨੰਬਰ ਐਸ ਸੱਚ ਇੱਥੇ ਲਿਖ ਦਿਓ। 3 ਨੂੰ 4 ਨਾ ਕਰਾਂਗੇ ਤਾਂ 12 ਆ ਜਾਊਗਾ ਕਿਉਂਕਿ 0 ਸੀ। 3 ਨੂੰ 2 ਨਾ ਕਰਾਂਗੇ ਤਾਂ 6 ਆ ਜਾਊਗਾ, ਮੇਰੇ ਕੋਲ ਆ ਜਾਊਗਾ 6324। ਇੱਥੇ ਨੰਬਰ ਆ ਗਿਆ 63। ਹੁਣ ਇਹਦਾ ਮਤਲਬ ਹੈ ਕੁਐਸਚਨ ਦਾ ਕਿ ਜਦੋਂ ਪ੍ਰਾਈਸਿਸ ਡਿਕਰੀਜ਼ ਇਨਕਰੀਜ਼ ਹੋਏ, ਦਾ ਮਤਲਬ ਸੀ ਕਿ ਪਹਿਲਾਂ ਫਿਊਲ ਦਾ ਪ੍ਰਾਈਸ 10,000 ਰੁਪਇਆ ਸੀਗਾ, ਹੁਣ 6324 ਰੁਪਏ ਦਾ ਮਿਲਦਾ ਪਿਆ ਵਾ। ਅਗਰ ਮੈਥਮੈਟਿਕਲੀ ਦੇਖੀਏ ਤਾਂ ਪਹਿਲਾਂ 10,000 ਵੈਲਿਊ ਸੀ, ਹੁਣ 6324 ਹੋ ਗਈ। ਹੁਣ ਨੰਬਰ ਦੇਖਿਆ ਜਾਵੇ ਤਾਂ ਡਿਕਰੀਜ਼ ਹੋ ਗਿਆ। ਨੰਬਰ ਕੀ ਹੋ ਗਿਆ ਡਿਕਰੀਜ਼ ਹੋ ਗਿਆ, ਦਾ ਮਤਲਬ ਇਨਕਰੀਜ਼ ਵਾਲੇ ਆਪਸ਼ਨ ਤਾਂ ਨਹੀਂ ਆਣੇ। ਹੁਣ ਇੱਕ ਗੱਲ ਦੇਖੋ ਕਿ ਅਗਰ ਮੈਂ 2 0 ਕੱਟ ਕਰ ਦੇਵਾਂ ਤੇ ਇੱਥੇ 2 0 ਦੀ ਵੈਲਿਊ ਕੀ ਆਊਗੀ 63.24। ਇਹਦਾ ਮਤਲਬ 100 ਵਾਲੀ ਚੀਜ਼ ਜਿਹੜੀ ਹੈ ਉਹ 63 ਰੁਪਏ 24 ਪੈਸੇ ਦੀ ਰਹਿ ਗਈ। ਕਿੰਨਾ ਘਟ ਗਿਆ 100 ਦੇ ਵਿੱਚੋਂ 63.24 ਘਟਾਵਾਂਗੇ ਤਾਂ ਕਿੰਨਾ ਆਊਗਾ 36 ਪੁਆਇੰਟ ਸਮਥਿੰਗ ਆਊਗਾ। ਕਿੰਨਾ ਆਊਗਾ 36 ਪੁਆਇੰਟ ਸਮਥਿੰਗ। 36 ਵਾਲਾ ਸਾਡੇ ਕੋਲ ਆਪਸ਼ਨ, ਇੱਕ 36 ਇੱਕ 34 ਹੈ। ਠੀਕ ਹੈ ਜੀ। ਸੋ ਸਾਡੇ ਕੋਲ ਜੋ 100 ਦੇ ਵਿੱਚੋਂ 63 ਘਟਾਵਾਂਗੇ 63.24 ਸਾਡੇ ਕੋਲ ਆਂਸਰ ਆਊਗਾ 36/76। ਠੀਕ ਹੈ। ਵੈਸੇ ਵੀ ਇਹਨੂੰ 10 ਬਣਾਉਣ ਲਈ ਕੀ ਚਾਹੀਦਾ 6 ਯੂਨਿਟ, ਜਿਹਦੇ 'ਚ 6 ਨੰਬਰ ਉਹਦੇ ਕੋਲ ਹੀ ਹੈ, ਦੂਸਰੇ ਕੋਲ ਕੀ ਹੈ 8 ਹੈ। ਠੀਕ ਹੈ ਜੀ, ਸਮਝ ਗਏ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਸ਼ੌਪਕੀਪਰ ਸੈਲਸ ਦਾ ਆਰਟੀਕਲ, ਸ਼ੌਪਕੀਪਰ ਨੇ ਆਰਟੀਕਲ ਵੇਚਿਆ 651 ਰੁਪਏ 60 ਪੈਸੇ ਦਾ ਆਫਟਰ ਗਿਵਿੰਗ ਦਾ ਡਿਸਕਾਊਂਟ ਆਫ ਦਿਸ। ਦੇਖੋ ਮਾਰਕਡ ਪ੍ਰਾਈਸ ਤੇ ਅਗਰ ਧਿਆਨ ਨਾਲ ਦੇਖੋ ਕਿ ਮਾਰਕਡ ਪ੍ਰਾਈਸ ਤੇ ਅਗਰ 1000 ਵਾਲੀ ਚੀਜ਼ ਤੇ 20% ਦਾ ਡਿਸਕਾਊਂਟ ਹੈ ਤਾਂ ਤੁਸੀਂ ਬਾਕੀ ਦੇ 80% ਮਤਲਬ 800 ਰੁਪਏ ਦੇ ਕੇ ਆਉਂਦੇ ਹੋ। ਸੈਲਿੰਗ ਪ੍ਰਾਈਸ ਉਹਦਾ ਕਿੰਨਾ ਹੋਇਆ 800 ਰੁਪਇਆ। ਤਾਂ ਅਗਰ 75% ਦਾ ਡਿਸਕਾਊਂਟ ਹੋ ਗਿਆ ਤਾਂ ਤੁਸੀਂ ਕਿੰਨੇ ਪੈਸੇ ਦੇ ਕੇ ਆਓਗੇ 25%। 25% ਨੂੰ ਅਸੀਂ ਕਿੱਦਾਂ ਲਿਖਦੇ ਹਾਂ 1/4। ਅਸੀਂ ਇੱਥੇ ਸੈਲਿੰਗ ਪ੍ਰਾਈਸ ਦੀ ਵੈਲਿਊ ਲਿਖਣੀ ਹੈ ਜੋ ਕਿ ਦੱਸੀ ਹੋਈ ਹੈ 651 ਰੁਪਏ 60 ਪੈਸੇ। ਠੀਕ ਹੈ। ਸੋ ਪਹਿਲਾਂ ਮਾਰਕਡ ਪ੍ਰਾਈਸ ਤੇ 75% ਦਾ ਡਿਸਕਾਊਂਟ ਹੋ ਗਿਆ, ਤੁਸੀਂ ਕਿੰਨੇ ਪੈਸੇ ਦੋਗੇ 25%। ਫਿਰ 76% ਡਿਸਕਾਊਂਟ ਹੋ ਗਿਆ, ਤੁਸੀਂ ਕਿੰਨੇ ਦੋਗੇ 24%। 24% ਜਿਹੜਾ ਹੁੰਦਾ ਵਾ ਅਗਰ ਮੈਂ ਪਰਸੈਂਟੇਜ ਹਟਾ ਕੇ 100 ਲਿਖਾਂ 24 4 ਦੇ ਟੇਬਲ 'ਚ ਆਉਂਦਾ, 4 ਦੇ ਟੇਬਲ 'ਚ ਇੱਥੇ ਹਮੇਸ਼ਾ ਆਪਾਂ 25 ਲਿਖੀਦਾ ਵਾ। ਸੋ ਇੱਥੇ ਲਿਖ ਦਾਂਗੇ 25। ਉੱਪਰ 4 ਦਾ ਕਿਹੜਾ ਮਲਟੀਪਲ ਹੈ 6ਵਾਂ, ਇੱਥੇ ਆ ਜਾਊਗਾ 6। ਹੁਣ ਮੈਂ ਦੇਖਣਾ ਵਾ ਕਿ ਮਾਰਕਡ ਪ੍ਰਾਈਸ ਕਿੰਨਾ ਵਾ, ਮਾਰਕਡ ਪ੍ਰਾਈਸ ਕਿੰਨਾ ਵਾ। ਕੁਐਸਚਨ ਕਹਿ ਰਿਹਾ ਸੀ ਕਿ ਸ਼ੌਪਕੀਪਰ ਨੇ ਇੱਕ ਚੀਜ਼ ਵੇਚੀ ਇੰਨੇ ਦੀ, ਮਾਰਕਡ ਪ੍ਰਾਈਸ ਤੇ ਡਿਸਕਾਊਂਟ ਦਿੱਤਾ ਸੀਗਾ। ਕਹਿੰਦਾ ਕਿ ਅਗਰ ਡਿਸਕਾਊਂਟ ਨਾ ਦਿੱਤਾ ਜਾਵੇ ਨਾ ਤਾਂ ਉਹਨੂੰ ਪ੍ਰੋਫਿਟ ਹੋਊਗਾ 20% ਦਾ। ਸੋ ਹੁਣ ਮੈਂ ਚੀਜ਼ ਨਿਕਾਲੂੰਗਾ ਮਾਰਕਡ ਪ੍ਰਾਈਸ ਦੀ। ਮਾਰਕਡ ਪ੍ਰਾਈਸ ਜਿਹੜਾ ਵਾ ਉਹ 20% ਜ਼ਿਆਦਾ ਹੋਊਗਾ ਕਾਸਟ ਪ੍ਰਾਈਸ ਤੋਂ। ਮੈਂ ਕਾਸਟ ਪ੍ਰਾਈਸ ਦੱਸਣਾ ਵਾ ਕਿੰਨਾ ਵਾ। ਠੀਕ ਹੈ ਜੀ। ਹੁਣ ਧਿਆਨ ਨਾਲ ਦੇਖੋ ਮੈਂ ਕੀ ਦੇਖ ਰਿਹਾ 4 ਤੇ 25 ਕਿੰਨੇ ਹੁੰਦੇ 100। 4 ਤੇ 25 ਕਿੰਨੇ ਹੁੰਦੇ 100। ਇਹ 100 ਨੂੰ ਅਗਰ ਮੈਂ ਉੱਥੇ ਮਲਟੀਪਲਾਈ ਕਰੂੰਗਾ ਕਿੰਨਾ ਆਊਗਾ 651 60। ਤੈਨੂੰ ਡਿਵਾਈਡ ਕਿੰਨਾ ਕਰਨਾ ਵਾ 6 ਦੇ ਨਾਲ। 6 ਨਾਲ ਡਿਵਾਈਡ ਕਰਾਂਗੇ 1 ਜਾਂ 6, ਇੱਥੇ 5 ਆ ਗਿਆ, ਕਟਿੰਗ ਨਹੀਂ ਹੋ ਰਹੀ। ਫਿਰ 51 ਆ ਗਿਆ, 6 ਨੂੰ 8 ਨਾਲ ਕਰਾਂਗੇ ਤਾਂ 48, ਫਿਰ ਬਚ ਗਿਆ 3 ਤੇ 6 36, 6 ਆ। ਇੱਥੇ ਮੇਰੇ ਕੋਲ ਮਾਰਕਡ ਪ੍ਰਾਈਸ ਕਿੰਨਾ ਆ ਗਿਆ 10,860। ਮਾਰਕਡ ਪ੍ਰਾਈਸ ਕਿੰਨਾ ਆ ਗਿਆ 10,860। ਹੁਣ ਉਹ ਕਹਿੰਦਾ ਕਿ ਅਗਰ ਮੈਂ ਡਿਸਕਾਊਂਟ ਨਾ ਦੇਵਾਂ ਤਾਂ ਪ੍ਰੋਫਿਟ ਹੋ ਜਾਊਗਾ 20%। 20% ਦਾ ਮਤਲਬ ਕਿ ਕਾਸਟ ਪ੍ਰਾਈਸ ਆਪਣੇ ਆਪ 'ਚ 100% ਹੈ, 20% ਦਾ ਪ੍ਰੋਫਿਟ ਹੋ ਜਾਊਗਾ ਤਾਂ 120%। 120% ਨੂੰ ਆਪਾਂ ਲਿਖਦੇ ਹਾਂ 6/5। ਇਹਦੀ ਵੈਲਿਊ ਦਿੱਤੀ ਹੋਈ ਹੈ 10860। ਕਾਸਟ ਪ੍ਰਾਈਸ ਤੇ 20% ਦਾ ਪ੍ਰੋਫਿਟ ਉਹੀ ਸੈਲਿੰਗ ਪ੍ਰਾਈਸ ਹੈ। ਸੈਲਿੰਗ ਪ੍ਰਾਈਸ ਤਾਂ ਮਾਰਕਡ ਪ੍ਰਾਈਸ ਸੇਮ ਹੈ ਅਗਰ ਡਿਸਕਾਊਂਟ ਨਾ ਹੋਵੇ ਤਾਂ। ਕਈ ਵਾਰ ਆਪਾਂ ਜਾਈਏ ਸ਼ੋਰੂਮ ਤੋਂ ਕਹਿੰਦੇ ਨਾ ਫਰੈਸ਼ ਮਾਲ ਆਇਆ ਹੋਇਆ, ਇਹਦਾ ਮਤਲਬ ਕੀ ਹੈ ਕਿ ਉਹਦੇ ਤੇ ਡਿਸਕਾਊਂਟ 0% ਹੈ। ਸੋ ਡਿਸਕਾਊਂਟ ਅਗਰ ਨਾ ਹੋਵੇ ਤਾਂ ਜੋ ਵੀ ਪ੍ਰੋਫਿਟ ਹੈ ਮਤਲਬ ਮਾਰਕਡ ਪ੍ਰਾਈਸ ਤੇ ਸੈਲਿੰਗ ਪ੍ਰਾਈਸ ਜੋ ਹੈ ਉਹ ਸੇਮ ਹੋ ਜਾਂਦਾ ਵਾ। ਕਾਸਟ ਪ੍ਰਾਈਸ ਦੀ ਵੈਲਿਊ ਨਿਕਾਲਣੀ 6 ਦੇ ਟੇਬਲ 'ਚ ਕੱਟ ਕਰਾਂਗੇ। 6 1 6 ਬਚਿਆ ਕਿੰਨਾ 4 8 48। 6 8 48 ਬਚਿਆ ਕਿੰਨਾ 6। ਇੱਥੇ ਮੇਰੇ ਕੋਲ ਆ ਗਿਆ ਹੁਣ ਇਹਨੂੰ ਅਸੀਂ 5 ਨਾਲ ਮਲਟੀਪਲਾਈ ਕਰਾਂਗੇ। ਕਾਸਟ ਪ੍ਰਾਈਸ ਕਿੰਨਾ ਵਾ 1810 × 5।
5 ਨਾਲ ਮਲਟੀਪਲਾਈ ਕਰਨ ਡਿਵਾਈਡ ਕਰਨ ਦਾ ਵੀ ਇੱਕ ਟ੍ਰਿਕ ਹੁੰਦਾ ਵਾ। ਸੋ ਫਿਲਹਾਲ ਮੈਂ ਸਿੱਧਾ ਹੀ ਕਰ ਦੇਣਾ 500 5 1 ਜਾ 5 5 8 ਜਾ 40 4 ਕੈਰੀ ਹੋ ਗਿਆ 5 1 ਜਾ 5 ਤੇ ਇੱਥੇ ਆ ਗਿਆ 9। ਸਾਡਾ ਆਨਸਰ ਹੋਊਗਾ 9050 ਰੁਪਏ। ਠੀਕ ਹੈ ਜੀ। ਸੋ ਇੱਕ ਦੋ ਕੁਐਸਚਨਸ ਨੂੰ ਛੱਡ ਕੇ ਜਿਹਨਾਂ 'ਚ ਕੈਲਕੂਲੇਸ਼ਨ ਜ਼ਿਆਦਾ ਵਾ, ਅਗਰ ਜਿਹੜੇ ਕਨਸੈਪਟ ਕਲੀਅਰ ਆ ਤੁਸੀਂ 20 ਨੰਬਰ ਵੀ ਹਾਸਿਲ ਕਰ ਸਕਦੇ ਹੋ। ਠੀਕ ਹੈ ਜੀ। ਸੋ ਅਗਰ ਤੁਸੀਂ ਆਫਲਾਈਨ ਬੈਚ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਅੱਜ ਰਾਈਟ ਟਾਈਮ ਹੈ ਕੋਚਿੰਗ ਜਾਂ ਆਪਣੀ ਪ੍ਰੈਪਰੇਸ਼ਨ ਸਟਾਰਟ ਕਰਨਾ, ਚਾਹੇ ਸਾਡੇ ਕੋਲ ਲੈਣੀ ਹੈ ਆਫਲਾਈਨ ਜਾਂ ਘਰ ਬੈਠ ਕੇ ਪੜ੍ਹਨਾ ਵਾ। ਪਰ ਅੱਜ ਤੋਂ ਅਗਰ ਮੈਂ ਸਟਾਰਟ ਕਰ ਦੂੰਗਾ, ਅਕਤੂਬਰ ਮਿਡ ਹੋ ਗਿਆ ਵਾ, ਨਵੰਬਰ ਦਸੰਬਰ 2.5 ਮਹੀਨੇ ਪਏ ਆ ਅੱਗੇ, ਜਿਹੜੇ ਮਈ ਜੂਨ 'ਚ ਪੇਪਰ ਹੋਊਗਾ 4-5 ਮਹੀਨੇ ਅੱਗੇ ਪਏ ਆ। ਮੋਰ ਦੈਨ ਸਫੀਸ਼ੀਐਂਟ ਹੈ ਕਾਂਸਟੇਬਲ ਦਾ ਪੇਪਰ ਕਰੈਕ ਕਰਨ ਲਈ। ਲਾਸਟ ਪੇਪਰ ਤੋਂ 1-2 ਮਹੀਨੇ ਪਹਿਲਾਂ ਜਿਹੜੀ ਪ੍ਰੈਪਰੇਸ਼ਨ ਆਪਾਂ ਕਰਦੇ ਹਾਂ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਨਹੀਂ ਹੈ ਤੇ ਉਲਟਾ ਆਪਾਂ ਡੀਮੋਟੀਵੇਟ ਹੋ ਜਾਂਦੇ ਕਿ ਪੇਪਰ ਦੇਣ ਤੋਂ ਬਾਅਦ ਅਸੀਂ ਕਰ ਨਹੀਂ ਪਾਏ। ਠੀਕ ਹੈ। ਸੋ ਅੱਜ ਰਾਈਟ ਟਾਈਮ ਹੈ, ਅੱਜ ਹੀ ਸਟਾਰਟ ਕਰੋ ਤਾਂ ਜੋ ਤੁਸੀਂ ਰਾਈਟ ਟਾਈਮ ਤੇ ਪੇਪਰ ਕਰੈਕ ਕਰ ਸਕੋ। ਠੀਕ ਹੈ ਜੀ। ਆਫਲਾਈਨ ਕੋਚਿੰਗ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਅੰਮ੍ਰਿਤਸਰ ਜਾਂ ਆਸ-ਪਾਸ ਤਰਨਤਾਰਨ, ਬਟਾਲਾ, ਪਠਾਨਕੋਟ, ਗੁਰਦਾਸਪੁਰ, ਇਸ ਡਿਸਟ੍ਰਿਕਟ 'ਚ ਅਗਰ ਤੁਸੀਂ ਹੋ ਤਾਂ ਤੁਸੀਂ ਅੰਮ੍ਰਿਤਸਰ ਵਿਜ਼ਿਟ ਕਰ ਸਕਦੇ ਹੋ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ UT ਮਾਰਕੀਟ 'ਚ ਹੈ ਗਿਆਨਮ ਇੰਸਟੀਚਿਊਟ। ਠੀਕ ਹੈ। ਥੈਂਕ ਯੂ।